वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 291। ਫਿਰੋਜ਼ਪੁਰ ਦਾ ਉਦਾਸ ਬਿਰਤਾਂਤ। ਬਾਅਦ ਵਿੱਚ ਗਦਰੀਆਂ ਉੱਤੇ ਚੱਲੇ ਮੁਕੱਦਮਿਆਂ ਦੀਆਂ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਰਾਜ ਦੇ ਵਫਾਦਾਰ ਕੁਝ ਸਿਪਾਹੀਆਂ ਨੂੰ ਕਰਤਾਰ ਸਿੰਘ ਸਰਾਭਾ ਦੇ ਫਿਰੋਜ਼ਪੁਰ ਛਾਉਣੀ ਅੰਦਰ ਆਉਣ ਜਾਣ ਅਤੇ 26 ਨੰਬਰ ਰੈਜੀਮੈਂਟ ਦੇ ਸਿਪਾਹੀਆਂ ਨੂੰ ਮਿਲਣ ਬਾਰੇ ਜਨਵਰੀ ਦੇ ਮਹੀਨੇ ਵਿੱਚ ਹੀ ਸ਼ੱਕ ਖੜਾ ਹੋ ਗਿਆ ਸੀ। ਉਹਨਾਂ ਨੇ ਰੈਜੀਮੈਂਟ ਦੇ ਅਫਸਰ ਕੈਪਟਨ ਕਾਰਗਿਲ ਕੋਲ ਇਸ ਦੀ ਚੁਗਲੀ ਕਰ ਦਿੱਤੀ ਸੀ। ਕੈਪਟਨ ਨੇ ਜਦੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਇੱਕ ਸਾਧੂ ਰਾਤ ਨੂੰ ਚੋਰੀ ਛੁਪੇ ਬਾਰਕਾਂ ਵਿੱਚ ਆਉਂਦਾ ਹੈ ਅਤੇ 26 ਨੰਬਰ ਰੈਜੀਮੈਂਟ ਦੇ 8-9 ਸਿਪਾਹੀਆਂ ਨੂੰ ਮਿਲਦਾ ਹੈ। ਇਹ ਸਾਧੂ ਕੋਈ ਹੋਰ ਨਹੀਂ ਭਾਈ ਕਰਤਾਰ ਸਿੰਘ ਸਰਾਭਾ ਹੀ ਸੀ। ਇਸ ਤਰ੍ਹਾਂ ਅਫਸਰਾਂ ਨੇ ਸ਼ੱਕੀ ਸਿਪਾਹੀਆਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਤਿਆਤ ਵਜੋਂ ਮੈਗਜ਼ੀਨ ਉੱਤੇ ਡਿਊਟੀ ਡਬਲ ਕਰ ਦਿੱਤੀ ਗਈ ਸੀ। ਪਰ ਉਦੋਂ ਤੱਕ ਰੈਜੀਮੈਂਟ ਦੇ ਅਫਸਰਾਂ ਨੂੰ ਬਗਾਵਤ ਦੀ ਯੋਜਨਾ ਦਾ ਕੋਈ ਪਤਾ ਨਹੀਂ ਸੀ। 19 ਫਰਵਰੀ ਨੂੰ ਜਿਉਂ ਹੀ ਉਹਨਾਂ ਨੂੰ ਗਦਰੀਆਂ ਵੱਲੋਂ ਉਸੇ ਹੀ ਰਾਤ ਨੂੰ ਬਗਾਵਤ ਕਰਨ ਦੀ ਯੋਜਨਾ ਬਾਰੇ ਤਾਰ ਰਾਹੀਂ ਸੂਚਨਾ ਮਿਲੀ ਤਾਂ ਉਹਨਾਂ ਉਸੇ ਵੇਲੇ 26ਵੀਂ ਰੈਜੀਮੈਂਟ ਦੇ ਤਕਰੀਬਨ 9 ਸਿਪਾਹੀਆਂ ਹਰਨਾਮ ਸਿੰਘ ਕਾਲਾ ਸੰਘਾ, ਕਿਰਪਾ ਸਿੰਘ, ਫੁੰਮਣ ਸਿੰਘ, ਲਾਭ ਸਿੰਘ, ਤੇਜਾ ਸਿੰਘ, ਈਸ਼ਰ ਸਿੰਘ, ਖੁਸ਼ਹਾਲ ਸਿੰਘ, ਮੱਗਰ ਸਿੰਘ ਆਦਿ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਨ੍ਹਾਂ ਚੋਂ 5 ਜਣਿਆਂ ਨੂੰ ਉਸੇ ਵੇਲੇ ਸੂਬੇਦਾਰ ਮਵਾਜ ਖਾਨ ਦੀ ਨਿਗਰਾਨੀ ਹੇਠ ਉਹਨਾਂ ਦੇ ਬੋਰੀ ਬਿਸਤਰੇ ਸਮੇਤ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੋਂ ਰਾਤ ਵਾਲੀ ਗੱਡੀ ਅਤੇ ਘਰਾਂ ਨੂੰ ਵਿਦਾ ਕਰ ਦਿੱਤਾ ਗਿਆ। ਪਰ ਉਹ ਕਿਸੇ ਤਰੀਕੇ ਨਾਲ ਅਫਸਰਾਂ ਨੂੰ ਝਕਾਨੀ ਦੇ ਕੇ ਥੋੜ੍ਹੇ ਹੀ ਚਿਰ ਪਿੱਛੋਂ ਮੁੜ ਛਾਉਣੀ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਏ ਸਨ। ਇਸ ਸਾਰੇ ਘਟਨਾਕ੍ਰਮ ਦੌਰਾਨ ਕਰਤਾਰ ਸਿੰਘ ਸਰਾਭਾ ਦੇ ਨਾਲੋਂ ਨਾਲ ਰਹੇ ਅਨੋਖ ਸਿੰਘ ਨੇ ਬਾਅਦ ਵਿੱਚ ਅਦਾਲਤ ਅੱਗੇ ਗਵਾਹੀ ਦਿੰਦਿਆਂ ਇਹ ਖੁਲਾਸਾ ਕੀਤਾ ਸੀ ਕਿ ਗੱਡੀ ਉੱਤੇ ਚੜ੍ਹਾ ਕੇ ਘਰਾਂ ਨੂੰ ਤੋਰੇ ਬਾਗੀ ਸਿਪਾਹੀਆਂ ਦਾ ਸਟੇਸ਼ਨ ਉੱਤੇ ਹੀ ਕਰਤਾਰ ਸਿੰਘ ਸਰਾਭਾ ਨਾਲ ਮੇਲ ਹੋ ਗਿਆ ਸੀ। ਸਰਾਭੇ ਨੂੰ ਜਦ ਉਹਨਾਂ ਦੱਸਿਆ ਕਿ ਉਹਨਾਂ ਨੂੰ ਫੌਜ ਵਿੱਚੋਂ ਬਰਖਾਸਤ ਕਰਕੇ ਘਰੋਂ ਘਰੀ ਤੋਰਨ ਦੇ ਹੁਕਮ ਜਾਰੀ ਹੋ ਗਏ ਹਨ ਤਾਂ ਇੱਕ ਵਾਰ ਤਾਂ ਸਰਾਭੇ ਨੂੰ ਸਾਰੀ ਖੇਡ ਵਿਗੜ ਗਈ ਜਾਪੀ। ਪਰ ਛੇਤੀ ਹੀ ਉਸ ਨੇ ਇਰਾਦਾ ਧਾਰ ਲਿਆ ਕਿ ਕੁਝ ਵੀ ਹੋਵੇ ਇਸ ਤਰ੍ਹਾਂ ਹਾਰ ਨਹੀਂ ਮੰਨਣੀ। ਉਸ ਨੇ ਸਿਪਾਹੀਆਂ ਨੂੰ ਤਕੜੇ ਹੋਣ ਲਈ ਕਿਹਾ ਅਤੇ ਕੁਝ ਵੀ ਹੋ ਜਾਵੇ ਬਗਾਵਤ ਦਾ ਯਤਨ ਇਸ ਪ੍ਰਕਾਰ ਅੱਧ ਵਾਟੇ ਛੱਡ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਿਪਾਹੀਆਂ ਦੇ ਹੌਸਲੇ ਧਰਾਏ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨਾਲ ਪੈਦਾ ਹੋਈ ਨਵੀਂ ਹਾਲਤ ਦੇ ਸਨਮੁਖ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ। ਕਿਰਪਾ ਸਿੰਘ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੱਡੀ ਤੇ ਆਉਣ ਵਾਲੇ ਇਨਕਲਾਬੀਆਂ ਨੂੰ ਸਟੇਸ਼ਨ ਤੋਂ ਛਾਉਣੀ ਤੱਕ ਲਿਆਉਣ ਵਿੱਚ ਮਦਦ ਕਰੇ ਅਤੇ ਫਿਰ ਬਾਰਕਾਂ ਅੰਦਰ ਜਾ ਕੇ ਅੰਦਰ ਦੀ ਸਾਰੀ ਹਾਲਤ ਦੀ ਟੋਹ ਲੈ ਕੇ ਆਵੇ। ਮਿਥੇ ਮੁਤਾਬਕ ਇਨਕਲਾਬੀਆਂ ਦਾ ਵੱਡਾ ਦਲ ਫਿਰੋਜ਼ਪੁਰ ਛਾਉਣੀ ਉੱਤੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਛਾਉਣੀ ਦੇ ਕਰੀਬ ਇਕੱਠਾ ਹੋ ਗਿਆ ਸੀ। ਇਸ ਦਲ ਵਿੱਚ ਮੰਨੇ ਦੰਨੇ ਗਦਰੀ ਸੂਰਮੇ ਜਿਵੇਂ ਭਾਈ ਗਾਧਾ ਸਿੰਘ, ਨਿਧਾਨ ਸਿੰਘ ਚੁੱਗਾ, ਅਰਜਨ ਸਿੰਘ ਖਖਰਾਣਾ, ਬੰਤਾ ਸਿੰਘ ਸੰਘਵਾਲ, ਹਰਨਾਮ ਸਿੰਘ ਸਿਆਲਕੋਟੀ, ਈਸ਼ਰ ਸਿੰਘ ਢੁੱਡੀਕੇ, ਪਾਲਾ ਸਿੰਘ ਢੁੱਡੀਕੇ, ਰੂੜ ਸਿੰਘ ਚੂੜਚੱਕ, ਉੱਤਮ ਸਿੰਘ ਹਾਂਸ, ਭਾਈ ਰੰਗਾ ਸਿੰਘ ਖੁਰਦਪੁਰ, ਗੁਰਮੁਖ ਸਿੰਘ ਲਲਤੋ, ਬੂਟਾ ਸਿੰਘ ਅਤੇ ਭਾਈ ਰਣਧੀਰ ਸਿੰਘ ਸਮੇਤ ਉਹਨਾਂ ਦੇ ਜਥੇ ਦੇ ਮਰ ਮਿਟਣ ਲਈ ਤਤਪਰ 60 ਤੋਂ ਵੱਧ ਸਿੰਘ ਸ਼ਾਮਿਲ ਸਨ। ਸਿਰਲੱਥ ਸੂਰਮਿਆਂ ਦਾ ਇਹ ਦਲ ਨਵਾਂ ਅਤੇ ਅਨੋਖਾ ਇਤਿਹਾਸ ਸਿਰਜਣ ਲਈ ਕਮਰ ਕੱਸੇ ਕਰੀ ਖੜਾ ਆਪਣੇ ਬਾਲੇ ਜਰਨੈਲ ਕਰਤਾਰ ਸਿੰਘ ਸਰਾਭਾ ਦੇ ਹੁਕਮ ਦੀ ਬੇਤਾਬੀ ਨਾਲ ਉਡੀਕ ਕਰ ਰਿਹਾ ਸੀ। ਅਨੋਖ ਸਿੰਘ ਤੋਂ ਇਲਾਵਾ ਮੌਕੇ ਦੇ ਇੱਕ ਹੋਰ ਗਵਾਹ ਦੀ ਗਵਾਹੀ ਅਨੁਸਾਰ ਕਰਤਾਰ ਸਿੰਘ ਸਰਾਭਾ ਅਤੇ 2 ਫੌਜੀ ਜਵਾਨ ਲੁਧਿਆਣੇ ਤੋਂ ਗੱਡੀ ਉੱਤੇ ਆਉਣ ਵਾਲੇ ਬੰਦਿਆਂ ਨੂੰ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੇ ਹੀ ਜਾ ਮਿਲੇ ਸਨ ਅਤੇ ਉਹਨਾਂ ਨੂੰ ਛਾਉਣੀ ਦੇ ਨੇੜੇ ਇੱਕ ਨਵੇਕਲੀ ਜਗ੍ਹਾ ਤੇ ਇਕੱਠੇ ਕੀਤੇ ਗਿਆ ਸੀ। ਦੋਨੋਂ ਸਿਪਾਹੀ ਬਾਕੀ ਦੇ ਦਲ ਨੂੰ ਥੋੜ੍ਹੀ ਦੇਰ ਉੱਥੇ ਹੀ ਰੁਕਣ ਲਈ ਕਹਿ ਕੇ ਆਪ ਅੰਦਰ ਦੀ ਹਾਲਤ ਦੀ ਖਬਰ ਲੈਣ ਲਈ ਚਲੇ ਗਏ ਸਨ। ਜਦੋਂ ਉਹ ਵਾਹਵਾ ਦੇਰ ਨਾ ਮੁੜੇ ਤਾਂ ਕਰਤਾਰ ਸਿੰਘ ਸਰਾਭਾ, ਅਰਜਨ ਸਿੰਘ ਖਖਰਾਣਾ, ਬੂਟਾ ਸਿੰਘ
ਗਾਦਾ ਸਿੰਘ ਅਤੇ ਉਤਮ ਸਿੰਘ ਹਾਂਸ ਆਪ ਉਹਨਾਂ ਸਿਪਾਹੀਆਂ ਦਾ ਪਤਾ ਲੈਣ ਲਈ ਅੰਦਰ ਗਏ। ਉਹ ਛੇਤੀ ਮੁੜ ਆਏ ਅਤੇ ਦੱਸਿਆ ਕਿ ਕਿਲੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ, ਥੋੜਾ ਚਿਰ ਹੋਰ ਅਟਕਣਾ ਪਵੇਗਾ। ਜਦ ਫਿਰ ਵਾਹਵਾ ਟਾਈਮ ਲੰਘ ਗਿਆ ਤਾਂ ਭਾਈ ਰਣਧੀਰ ਸਿੰਘ ਜੀ ਦੇ ਕਹਿਣ ਤੇ ਕਰਤਾਰ ਸਿੰਘ ਸਰਾਭਾ ਅਤੇ ਦੂਸਰੇ ਬੰਦੇ ਫਿਰ ਅੰਦਰ ਪਤਾ ਕਰਨ ਗਏ, ਪਰ ਉਹ ਥੋੜੀ ਦੇਰ ਬਾਅਦ ਹੀ ਉਦਾਸ ਚਿਹਰੇ ਲੈ ਕੇ ਵਾਪਸ ਆ ਗਏ ਅਤੇ ਆਉਂਦਿਆਂ ਹੀ ਕਰਤਾਰ ਸਿੰਘ ਸਰਾਭੇ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ਦੁਸ਼ਮਣ ਨੂੰ ਬਗਾਵਤ ਦੀ ਪਲਾਨ ਦਾ ਪਤਾ ਲੱਗ ਗਿਆ ਹੈ ਅਤੇ ਮੈਗਜ਼ੀਨ ਅਤੇ ਗੋਰਿਆਂ ਦੇ ਪਹਿਰੇ ਲਾ ਦਿੱਤੇ ਗਏ ਹਨ। ਇਸ ਕਰਕੇ ਹੁਣ ਕੁਝ ਨਹੀਂ ਹੋ ਸਕਦਾ, ਸਾਰਿਆਂ ਨੂੰ ਬਚ ਬਚਾ ਕੇ ਆਪੋ ਆਪਣੀਆਂ ਥਾਵਾਂ ਤੇ ਮੁੜ ਜਾਣਾ ਚਾਹੀਦਾ ਹੈ। ਪਤਾ ਲੱਗਾ ਹੈ ਕਿ ਅੰਦਰ ਜਾ ਕੇ ਸਰਾਭੇ ਨੇ ਹਾਲਤਾਂ ਦੇ ਉਲਟ ਦਿਸ਼ਾ ਵਿੱਚ ਕਰਵਟ ਲੈ ਜਾਣ ਦੇ ਬਾਵਜੂਦ ਸਿਪਾਹੀਆਂ ਉੱਤੇ ਜਿਵੇਂ ਕਿਵੇਂ ਇੱਕ ਵਾਰ ਹਮਲਾ ਕਰਨ ਦਾ ਯਤਨ ਕਰ ਲੈਣ ਲਈ ਪੂਰਾ ਜ਼ੋਰ ਪਾਇਆ ਸੀ, ਪਰ ਸਿਪਾਹੀਆਂ ਨੂੰ ਸਾਰੀ ਹਾਲਤ ਸਪਸ਼ਟ ਦਿਖਦੀ ਸੀ। ਇਸ ਕਰਕੇ ਉਹਨਾਂ ਨੇ ਅਜਿਹੀ ਮਾਰਕੇਬਾਜ਼ੀ ਕਰਨ ਤੋਂ ਮਨਾ ਕਰ ਦਿੱਤਾ ਸੀ। ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਭਾਈ ਰਣਧੀਰ ਸਿੰਘ ਦੇ ਜਥੇ ਦੇ ਨਰੰਗਵਾਲ ਤੋਂ ਚੱਲ ਕੇ ਫਿਰੋਜ਼ਪੁਰ ਪਹੁੰਚਣ ਅਤੇ ਉੱਥੋਂ ਨਿਰਾਸ਼ ਹੋ ਕੇ ਮੁੜ ਆਉਣ ਦੀ ਸਾਰੀ ਵਿਥਿਆ ਇਸ ਤਰ੍ਹਾਂ ਬਿਆਨ ਕੀਤੀ ਹੈ। 19 ਤਰੀਕ ਦੀ ਦੁਪਹਿਰ ਤੱਕ ਭਾਈ ਸਾਹਿਬ ਜੀ ਦੇ ਘਰ ਸਭ ਫੌਜਾਂ ਇਕੱਠੀਆਂ ਹੋ ਗਈਆਂ। ਸ਼ਹੀਦੀ ਫੌਜਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ 5 ਪਿਆਰਿਆਂ ਤੋਂ ਭੁੱਲਾਂ ਬਖਸ਼ਾਈਆਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਟੁੱਟ ਵਰਤੀਆਂ। ਕਰਤਾਰ ਸਿੰਘ ਨੇ ਕਿਹਾ ਸੀ ਕਿ ਕਾਲੀ ਪਗੜੀ ਨਾ ਬੰਨਣਾ, ਇਸ ਲਈ ਗੁਜਰਾਂਵਾਲਾ ਤੋਂ ਖਾਕੀ ਕੱਪੜੇ ਦਾ 40 ਗਜ ਦਾ ਥਾਣ ਮੰਗਵਾਇਆ ਗਿਆ। ਸਭ ਨੂੰ ਪਾੜ ਕੇ ਗਜ ਦੇ ਦਿੱਤਾ ਗਿਆ ਅਤੇ ਹਦਾਇਤ ਕਰ ਦਿੱਤੀ ਕਿ ਜਦੋਂ ਗਦਰ ਕਰਨ ਲਈ ਅਮਲ ਦੇ ਮੈਦਾਨ ਵਿੱਚ ਨਿਤਰਨ ਲੱਗੇ ਤਾਂ ਸਭਨਾਂ ਨੇ ਆਪਣੀਆਂ ਕਾਲੀਆਂ ਪੱਗਾਂ ਉੱਪਰ ਇਸ ਨੂੰ ਰੁਮਾਲ ਦੀ ਤਰ੍ਹਾਂ ਬੰਨ੍ਹ ਲੈਣਾ ਹੈ। ਦੁਪਹਿਰ ਤੋਂ ਮਗਰੋਂ ਅਰਦਾਸਾ ਸੋਧ ਕੇ ਸਾਰੇ ਕੌਮੀ ਪ੍ਰਵਾਨੇ ਭਾਈ ਸਾਹਿਬ ਜੀ ਦੀ ਅਗਵਾਈ ਹੇਠ ਜਕਾਰੇ ਗੰਜਾਉਂਦੇ ਅਤੇ ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਮੁੱਲਾਪੁਰ ਦੇ ਸਟੇਸ਼ਨ ਵੱਲ ਰਵਾਨਾ ਹੋ ਗਏ। ਉੱਥੇ ਭਾਈ ਉਤਮ ਸਿੰਘ ਹਾਂਸ ਕਲਾਂ, ਈਸ਼ਰ ਸਿੰਘ ਢੁੱਡੀਕੇ ਅਤੇ ਰੰਗਾ ਸਿੰਘ ਵੀ ਸਾਨੂੰ ਰਾਹ ਵਿੱਚ ਮਿਲ ਗਏ। ਜਦੋਂ ਗੱਡੀ ਮੁੱਲਾਪੁਰ ਦੇ ਸਟੇਸ਼ਨ ਉੱਤੇ ਆਈ ਤਾਂ ਅਸੀਂ ਸਾਰੇ ਫਿਰੋਜ਼ਪੁਰ ਛਾਉਣੀ ਜਾਣ ਲਈ ਇਸ ਵਿੱਚ ਸਵਾਰ ਹੋ ਗਏ। ਰਸਤੇ ਵਿੱਚ ਸਾਰੇ ਰਾਹ ਚੁਪਈ ਦਾ ਕੀਰਤਨ ਹੁੰਦਾ ਗਿਆ। ਸਭਨਾਂ ਨੂੰ ਸ਼ਹੀਦੀ ਪ੍ਰਾਪਤ ਕਰਨ ਦਾ ਅਤੇ ਮਰਨ ਦਾ ਚਾਅ ਸੀ। ਮੌਤ ਦਾ ਕਿਸੇ ਨੂੰ ਰੰਚਕ ਮਾਤਰ ਵੀ ਡਰ ਭੈ ਨਹੀਂ ਆ ਰਿਹਾ ਸੀ। ਸਾਰੇ ਬੇਪਰਵਾਹ ਹੋਏ ਆਪਣੀ ਮਸਤੀ ਵਿੱਚ ਗਾਉਂਦੇ ਹੋਏ ਆਪਣੇ ਨਿਸ਼ਾਨੇ ਵੱਲ ਤੁਰੇ ਜਾ ਰਹੇ ਸਨ। ਮੈਂ ਇਸ ਮੌਕੇ ਗਦਰ ਦੀ ਗੂੰਜ, ਜਿਹੜੀ ਮੈਨੂੰ ਜ਼ੁਬਾਨੀ ਯਾਦ ਸੀ, ਦੀਆਂ ਕਈ ਕਵਿਤਾਵਾਂ ਮੋਗੇ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ ਤੱਕ ਉੱਚੀ ਉੱਚੀ ਪੜ੍ਹ ਕੇ ਸੁਣਾਉਂਦਾ ਰਿਹਾ। ਰਸਤੇ ਵਿੱਚ ਜਗਰਾਓਂ, ਅਜਿੱਤਵਾਲ, ਮੋਗਾ, ਤਲਵੰਡੀ ਆਦਿ ਰੇਲਵੇ ਸਟੇਸ਼ਨਾਂ ਤੋਂ ਹੋਰ ਵੀ ਕਈ ਸਾਥੀ ਨਾਲ ਰਲੇ ਸਨ। ਇਸ ਸਾਰੇ ਜਥੇ ਦੀ ਗਿਣਤੀ 50 ਤੋਂ ਵਧੇਕ ਹੋ ਗਈ। ਜਦੋਂ ਅਸੀਂ ਫਿਰੋਜ਼ਪੁਰ ਛਾਉਣੀ ਦੇ ਸਟੇਸ਼ਨ ਤੇ ਉਤਰ ਕੇ ਬਾਹਰ ਨਿਕਲੇ ਤਾਂ ਉੱਥੇ ਇੱਕ ਟਾਹਲੀ ਦੇ ਦਰਖਤ ਹੇਠਾਂ ਸਾਡਾ ਸਵਾਗਤ ਕਰਨ ਲਈ ਕਰਤਾਰ ਸਿੰਘ ਸਰਾਭਾ ਖਲੋਤਾ ਹੋਇਆ ਸੀ। ਉਹ ਚੁੱਪ-ਚਪੀਤਾ ਇਸ਼ਾਰੇ ਨਾਲ ਹੀ ਸਾਨੂੰ ਆਪਣੇ ਮਗਰ ਲੈ ਕੇ ਗੋਰਿਆਂ ਦੀਆਂ ਬਾਰਕਾਂ ਵਿੱਚ ਹੁੰਦਾ ਹੋਇਆ ਉਸ ਥਾਂ ਲੈ ਗਿਆ ਜਿੱਥੇ ਸਾਰੀ ਤਿਆਰੀ ਕਰਕੇ ਕਿਲੇ ਉੱਪਰ ਧਾਵਾ ਬੋਲਣਾ ਸੀ। ਕਰਤਾਰ ਸਿੰਘ ਨੇ ਸਾਨੂੰ ਇੱਕ ਥਾਂ ਇਕੱਠੇ ਹੋ ਕੇ ਬੈਠਣ ਲਈ ਕਿਹਾ। ਸੁੰਨਸਾਨ ਥਾਂ ਸੀ ਅਤੇ ਸਭਨੀ ਪਾਸੀਂ ਰੇਤ ਦੇ ਟਿੱਬੇ, ਕਾਨਿਆਂ ਦੇ ਬੂਝੇ ਅਤੇ ਸਰਕੰਡਿਆਂ ਦੇ ਝੁੰਡ ਸਨ। ਹੋਰ ਵੀ ਕਿਤਨੇ ਹੀ ਸਾਥੀ ਇੱਥੇ ਪਹੁੰਚ ਗਏ। ਸਾਡੀ ਗਿਣਤੀ 150 ਤੋਂ ਵੱਧ ਹੋ ਗਈ। ਸਾਨੂੰ ਸਾਰਿਆਂ ਨੂੰ ਇੱਥੇ ਬਿਠਾ ਕੇ ਕਰਤਾਰ ਸਿੰਘ ਆਪ ਕਿਲੇ ਵੱਲ ਚਲਾ ਗਿਆ। ਉਸ ਨੇ ਕਿਹਾ ਸੀ ਕਿ ਪਿਸਤੌਲ ਅਤੇ ਬੰਦੂਕਾਂ ਆਦਿ ਲੈ ਕੇ ਮੈਂ ਹੁਣੇ ਆਉਂਦਾ ਹਾਂ, ਪਰ ਉਹ ਬਹੁਤ ਦੇਰ ਤੱਕ ਵਾਪਸ ਨਾ ਮੁੜਿਆ। ਸਾਰੇ ਸਿੰਘ ਉਸ ਦੀ ਉਡੀਕ ਬੜੀ ਤੀਬਰਤਾ ਨਾਲ ਕਰ ਰਹੇ ਸਨ। ਸਾਡੇ ਵਿੱਚੋਂ ਕਈਆਂ ਕੋਲ ਆਪਣੇ ਤੌਰ ਤੇ ਪਿਸਤੌਲ ਅਤੇ ਰਿਵਾਲਵਰ ਸਨ। ਕਈ ਤਾਂ ਹੱਥਾਂ ਵਿੱਚ ਪਿਸਤੌਲ ਪਕੜੀ ਉਡੀਕ ਕਰ ਰਹੇ ਸਨ ਕਿ ਸਾਨੂੰ ਕਿਲੇ ਵੱਲ ਵਧਣ ਦਾ ਹੁਕਮ ਕਦੋਂ ਮਿਲਦਾ ਹੈ। ਰਾਤ ਦੇ 12 ਵਜੇ ਧਾਵਾ ਬੋਲਣਾ ਸੀ, ਪਰ ਹੁਣ 1 ਵੱਜ ਚੁੱਕਾ ਸੀ, ਪਰ ਕਰਤਾਰ ਸਿੰਘ ਮੁੜ ਕੇ ਨਾ ਆਇਆ। ਸਾਰੇ ਹੈਰਾਨ ਸਨ ਕਿ ਇਤਨੀ ਢਿੱਲ ਕਿਉਂ ਹੋ ਰਹੀ ਹੈ। ਪ੍ਰਸਿੱਧ ਕੌਮੀ ਸ਼ਹੀਦ ਭਾਈ ਗਾਦਾ ਸਿੰਘ ਆਪਣੇ ਹੱਥ ਵਿੱਚ ਪਿਸਤੌਲ ਪਕੜੀ ਮੇਰੇ ਕੋਲ ਖੜਾ ਸੀ ਅਤੇ ਮੁੜ-ਮੁੜ ਕੇ ਕਹਿ ਰਿਹਾ ਸੀ, ਇਤਨੀ ਦੇਰ ਕਿਉਂ ਹੋ ਰਹੀ ਹੈ। 2-2:30 ਵਜੇ ਦੇ ਕਰੀਬ ਸਰਾਭਾ ਸਾਡੇ ਕੋਲ ਆਇਆ। ਉਹ ਬਹੁਤ ਉਦਾਸ ਅਤੇ ਨਿੰਮੋ ਝੂਣਾ ਸੀ।
ਉਸਨੇ ਦੁੱਖ ਭਰੇ ਲਫ਼ਜ਼ਾਂ ਵਿੱਚ ਕਿਹਾ, ਭਰਾਵੋ, ਸਾਨੂੰ ਅਸਲਾ ਦੇਣ ਵਾਲੇ ਫੌਜੀ ਸਿਪਾਹੀ ਇਸ ਛਾਉਣੀ ਵਿੱਚੋਂ ਕੱਢ ਕੇ ਬਾਹਰ ਕਰ ਦਿੱਤੇ ਗਏ ਨੇ। ਇਸ ਲਈ ਕੋਈ ਅਸਲਾ ਨਹੀਂ ਮਿਲ ਸਕਦਾ। ਜਿਨ੍ਹਾਂ ਫੌਜੀਆਂ ਨੇ ਸਾਡੀ ਮਦਦ ਕਰਨੀ ਸੀ ਉਹ ਸਭ ਕੈਦ ਕਰ ਲਏ ਗਏ ਹਨ। ਮਾਲੂਮ ਹੁੰਦਾ ਹੈ ਕਿ ਸਾਡੇ ਪ੍ਰੋਗਰਾਮ ਦਾ, ਗਦਰ ਦੀ ਸਕੀਮ ਦਾ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਕੁਛ ਨਹੀਂ ਹੋ ਸਕਦਾ। ਇਸ ਲਈ ਜਿੱਧਰ ਕਿਸੇ ਨੂੰ ਠੀਕ ਲੱਗਦਾ ਹੈ ਉੱਧਰ ਨੂੰ ਖਿਸਕ ਜਾਓ। ਕਰਤਾਰ ਸਿੰਘ ਦੇ ਇਸ ਉਦਾਸੀ ਭਰੇ ਅੱਖਰਾਂ ਨੇ ਸਾਡੇ ਸਾਰਿਆਂ ਦੇ ਮਨਾਂ ਉੱਪਰ ਗੜਿਆਂ ਦੀ ਮਾਰ ਜੈਸਾ ਅਸਰ ਕੀਤਾ। ਸਾਨੂੰ ਉਹ ਮਾਲੂਮ ਹੋਇਆ ਜਿਵੇਂ ਪੱਕੀ ਪਕਾਈ ਫਸਲ ਤਬਾਹ ਹੋ ਗਈ ਹੋਵੇ। ਮੈਂ ਆਪਣੇ 4-5 ਸਾਥੀਆਂ ਸਮੇਤ ਬਾਕੀ ਦੀ ਰਾਤ ਇੱਕ ਛੱਪਰ ਵਿੱਚ ਗੁਜ਼ਾਰੀ। ਠੰਡ ਬਹੁਤ ਸੀ, ਕੋਰਾ ਪੈ ਰਿਹਾ ਸੀ। ਲੋ ਹੋਣ ਸਾਰ ਸਭਨਾਂ ਨੂੰ ਆਪੋ ਆਪਣਾ ਬਚਾਅ ਕਰਨ ਦਾ ਫਿਕਰ ਪਿਆ। ਮੈਂ ਛੱਪਰ ਤੋਂ ਬਾਹਰ ਨਿਕਲ ਕੇ ਰੇਲ ਲਾਈਨਾਂ ਦੇ ਨਾਲ ਤੁਰ ਕੇ ਫੀਮੇ ਕੀ ਖਾਈ ਨਾਮ ਦੇ ਰੇਲਵੇ ਸਟੇਸ਼ਨ ਉੱਤੇ ਜਾ ਰਿਹਾ। ਇੱਥੋਂ ਗੱਡੀ ਵਿੱਚ ਸਵਾਰ ਹੋ ਕੇ 20 ਫਰਵਰੀ ਦੀ ਰਾਤ ਨੂੰ ਮੁੱਲਾਪੁਰ ਦੇ ਸਟੇਸ਼ਨ ਤੋਂ ਉਤਰ ਕੇ ਰਾਤੋਂ ਰਾਤ ਚਮਿੰਡੇ ਆ ਗਿਆ। ਗਿਆਨੀ ਚਮਿੰਡਾ ਜੀ ਨੇ ਆਪਣੀ ਹੇਠ ਲਿਖੀ ਕਵਿਤਾ ਵਿੱਚ ਇਸ ਘਟਨਾ ਕਰਮ ਦਾ ਭਾਵਪੂਰਤ ਵਰਣਨ ਇੰਜ ਕੀਤਾ ਹੈ। 19 ਫਰਵਰੀ ਦਾ ਦਿਨ ਰਾਵਲਪਿੰਡੀ, ਲਾਹੌਰ, ਫਿਰੋਜ਼ਪੁਰ ਵਿੱਚ ਫੌਜਾਂ ਤਿਆਰ ਬਰ ਤਿਆਰ ਸਨ ਲੜਨ ਦੇ ਲਈ। ਕਿਰਪਾਲ ਸਿੰਘ ਦਾ ਨਾਂ ਹੁੰਦਾ ਗਰਕ ਬੇੜਾ, ਡੇਟ ਬਦਲਦੀ ਨਾ ਗਦਰ ਕਰਨ ਦੇ ਲਈ। ਬੂਟਾ ਸਿੰਘ ਨਾਂ ਛਾਉਣੀਓਂ ਬਾਹਰ ਹੁੰਦੇ, ਫੌਜਾਂ ਤਿਆਰ ਸੀ ਕਿਲ੍ਹੇ ਵਿੱਚ ਵੜਨ ਦੇ ਲਈ। 1 ਵਜੇ ਕਰਤਾਰ ਨੇ ਕਿਹਾ ਆ ਕੇ ਉੱਥੋਂ ਖਿਸਕੂ ਮੰਤਰ ਪੜ੍ਹਨ ਦੇ ਲਈ। 2 ਵਜੇ ਪੂਰੇ ਗਏ ਖਿੰਡ ਸੂਰੇ, ਜੰਗ ਕਰਨ ਦੇ ਦਿਲੀ ਅਰਮਾਨ ਰਹਿ ਗਏ। ਗਾਦਾ ਸਿੰਘ ਦੇ ਭਰੇ ਪਿਸਤੌਲ ਰਹਿ ਗਏ, ਖੰਜਰ ਦਲਾਂ ਦੇ ਵਿੱਚ ਮਿਆਨ ਰਹਿ ਗਏ। ਉੱਤਮ ਸਿੰਘ ਦੇ ਹੱਥ ਦੇ ਆਟੋਮੈਟਿਕ ਖੜਕੇ ਦੜਕਿਓਂ ਬਾਜ਼ ਚੁੱਪ ਚਾਣ ਰਹਿ ਗਏ। ਈਸ਼ਰ ਸਿੰਘ ਦੇ ਭਰੇ ਰਿਵਾਲਵਰ ਵੀ ਸਕੇ ਕੂ ਨਾ ਬੇਜੁਬਾਨ ਰਹਿ ਗਏ। ਅਰਜਨ ਬੀਰ ਦੀਆਂ ਬੁੱਕਲਾਂ ਵਿੱਚ ਕਹਿੰਦੇ ਲੁਕੋ ਬੁੱਕਲ ਪ੍ਰਸ਼ਾਦ ਦੇ ਦਾਨ ਰਹਿ ਗਏ। ਗੰਗਾ ਸਿੰਘ ਦੇ ਬਦਲ ਗਏ ਰੰਗ ਉੱਥੇ, ਸਾਥੀ ਹੋਰ ਵੀ ਕਈ ਪਰੇਸ਼ਾਨ ਰਹਿ ਗਏ। ਭਾਰਤ ਵਰਸ਼ ਨਾ ਅਜੇ ਆਜ਼ਾਦ ਹੋਇਆ, ਬੈਠੇ ਸਿਰਾਂ ਦੇ ਉੱਤੇ ਸ਼ੈਤਾਨ ਰਹਿ ਗਏ। ਖੜੇ ਰਹਿ ਗਏ ਜੇਲ੍ਹ ਦੇ ਕਸ਼ਟ ਸਿਰ ਤੇ, ਅੱਖੀਂ ਦੇਖਣੇ ਹਾਂ ਇੰਡੇ ਮਾਣ ਰਹਿ ਗਏ। ਨਿੱਕੀ ਉਮਰ ਦੇ ਵੀਰ ਕਰਤਾਰ ਸਾਥੀ ਫਾਂਸੀ ਚੜ੍ਹਨ ਦੇ ਲਈ ਜੁਆਨ ਰਹਿ ਗਏ। ਜਥੇ ਦੇ ਇੱਕ ਹੋਰ ਅਹਿਮ ਮੈਂਬਰ ਗਿਆਨੀ ਨਾਹਰ ਸਿੰਘ ਨੇ ਵੀ ਇਸ ਘਟਨਾਕ੍ਰਮ ਦਾ ਬਿਰਤਾਂਤ ਇਸ ਤਰ੍ਹਾਂ ਕੀਤਾ ਹੈ। ਭਾਈ ਸਾਹਿਬ ਆਪਣਾ ਜਥਾ ਲੈ ਕੇ 19 ਦੀ ਤਰੀਕ ਸ਼ਾਮ ਦੀ ਗੱਡੀ ਮੁੱਲਾਪੁਰ ਸਟੇਸ਼ਨ ਤੋਂ ਸਵਾਰ ਹੋ ਕੇ ਰਾਤ ਦੇ 9 ਵਜੇ ਫਿਰੋਜ਼ਪੁਰ ਛਾਉਣੀ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਤੇ ਕਰਤਾਰ ਸਿੰਘ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਉਸਨੇ ਕਿਹਾ ਕਿ ਜੇ ਕੋਈ ਪੁੱਛੇ ਕਿ ਕਿੱਥੇ ਜਾ ਰਹੇ ਹੋ ਤਾਂ ਕਹਿਣਾ ਕਿ ਰਾਤੋਂ ਰਾਤ ਮੁਕਤਸਰ ਪਹੁੰਚਣਾ ਹੈ। ਫਿਰੋਜ਼ਪੁਰ ਵਿੱਚ ਜੋ ਸੱਜਣ ਫੌਜੀਆਂ ਤੋਂ ਬਿਨਾਂ ਬਾਹਰ ਪਿੰਡਾਂ ਤੋਂ ਪਹੁੰਚੇ ਹੋਏ ਸਨ, ਉਹਨਾਂ ਦੀ ਗਿਣਤੀ 150 ਤੋਂ ਉੱਪਰ ਹੋਵੇਗੀ। ਇਹਨਾਂ ਵਿੱਚ ਮੋਟਰ ਡਰਾਈਵਰ ਵੀ ਸਨ। ਜਿਹੜੇ ਸੱਜਣ ਖਾਸ ਸਨ ਉਹਨਾਂ ਦੇ ਨਾਮ ਇਹ ਹਨ: ਭਾਈ ਉੱਤਮ ਸਿੰਘ ਹਾਂਸ, ਭਾਈ ਈਸ਼ਰ ਸਿੰਘ ਢੁੱਡੀਕੇ, ਸਰਦਾਰ ਕਰਤਾਰ ਸਿੰਘ ਸਰਾਭਾ, ਭਾਈ ਰੰਗਾ ਸਿੰਘ, ਭਾਈ ਗਾਂਧਾ ਸਿੰਘ ਆਦਿ। ਵਿਉਂ ਤੇ ਸੀ ਕਿ 26 ਨੰਬਰ ਪਲਟਨ ਕਿਲ੍ਹੇ ਫਿਰੋਜ਼ਪੁਰ ਤੇ ਹਮਲਾ ਕਰੇਗੀ। ਉੱਥੋਂ ਜੰਗੀ ਸਮਾਨ ਮੋਟਰਾਂ ਰਾਹੀਂ ਸਾਰੇ ਦੇਸ਼ ਵਿੱਚ ਵੰਡਿਆ ਜਾਵੇਗਾ। ਇੱਕ ਵਾਰ ਛੇੜ ਛਿੜਨ ਨਾਲ ਬੰਗਾਲ ਤੱਕ ਗਦਰ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਸੀ। ਰਾਤ ਦੇ 12 ਵਜੇ ਦਾ ਵਕਤ ਕੰਮ ਸ਼ੁਰੂ ਕਰਨ ਦਾ ਸੀ। ਦੇਸ਼ ਭਗਤ ਪਿੰਡ ਫੱਤੂਵਾਲ ਦੇ ਲਾਗੇ ਜੰਗਲ ਵਿੱਚ ਇਕੱਠੇ ਹੋਏ ਸਨ ਅਤੇ ਰਾਤ ਨੂੰ ਸੁਨੇਹੇ ਦੀ ਉਡੀਕ ਕਰ ਰਹੇ ਸਨ। ਸਰਾਭੇ ਨੇ ਉੱਥੇ ਆ ਕੇ ਸਾਰੀ ਗੱਲ ਦੱਸੀ। ਉਸ ਵੇਲੇ ਰਾਤ ਦਾ 1 ਵੱਜ ਚੁੱਕਾ ਸੀ। ਫਿਰ ਉੱਥੋਂ ਖਿੰਡ ਪੁੰਡ ਜਾਣ ਦਾ ਮਤਾ ਪਾਸ ਹੋਇਆ। ਕੁਝ ਸੱਜਣ ਲਾਹੌਰ ਨੂੰ ਚਲੇ ਗਏ ਅਤੇ ਬਾਕੀ ਹੋਰ ਥਾਵੀਂ ਚਲੇ ਗਏ। ਜ਼ਿਲ੍ਹਾ ਲੁਧਿਆਣਾ ਦੇ ਸੱਜਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸਮੇਤ ਫੀਮੇ ਕੀ ਖਾਈ ਸਟੇਸ਼ਨ ਤੋਂ ਰੇਲ ਵਿੱਚ ਸਵਾਰ ਹੋ ਕੇ ਵਾਪਸ ਘਰੀਂ ਆ ਗਏ। ਸਰਾਭਾ ਲਾਹੌਰ ਪੁੱਜਾ। ਸਾਰੀਆਂ ਉਮੀਦਾਂ ਖਤਮ ਹੋ ਜਾਣ ਤੋਂ ਬਾਅਦ ਭਾਈ ਕਰਤਾਰ ਸਿੰਘ ਸਰਾਭਾ ਟੁੱਟੇ ਦਿਲ ਨਾਲ ਸਵੇਰ ਗੱਡੀ ਚੜ੍ਹ ਕੇ ਲਾਹੌਰ ਚਲਾ ਗਿਆ ਸੀ। ਭਾਈ ਗਾਦਾ ਸਿੰਘ, ਅਰਜਨ ਸਿੰਘ,
ਬੰਤਾ ਸਿੰਘ ਸੰਘਵਾਲ ਅਤੇ ਹਰਨਾਮ ਸਿੰਘ ਸਿਆਲਕੋਟੀ ਵੀ ਉਸੇ ਗੱਡੀ ਵਿੱਚ ਲਾਹੌਰ ਚਲੇ ਗਏ ਸਨ। ਲਾਹੌਰ ਜਾ ਕੇ ਸਰਾਭਾ ਸਿੱਧਾ ਰਾਸ ਬਿਹਾਰੀ ਬੋਸ ਦੇ ਗਵਾਲ ਮੰਡੀ ਵਾਲੇ ਟਿਕਾਣੇ ਤੇ ਗਿਆ। ਦੂਸਰੇ ਯੋਧੇ ਹੋਰ ਟਿਕਾਣਿਆਂ ਤੇ ਚਲੇ ਗਏ ਸਨ। ਉਸ ਵੇਲੇ ਰਾਸ ਬਿਹਾਰੀ ਬੜੀ ਉਦਾਸੀ ਦੇ ਆਲਮ ਵਿੱਚ ਮੁਰਦੇ ਦੀ ਤਰ੍ਹਾਂ ਮੰਜੀ ਤੇ ਲੇਟਿਆ ਹੋਇਆ ਸੀ। ਕਰਤਾਰ ਸਿੰਘ ਵੀ ਚੁੱਪਚਾਪ ਉਸਦੇ ਨਾਲ ਦੀ ਮੰਜੀ ਤੇ ਮੁੱਦਾ ਪੈ ਗਿਆ। ਦੋਵੇਂ ਮੂੰਹੋਂ ਕੁਝ ਨਹੀਂ ਬੋਲ ਰਹੇ ਸਨ, ਪਰ ਦੋਵਾਂ ਦੀਆਂ ਨਜ਼ਰਾਂ ਅਤੇ ਚਿਹਰਿਆਂ ਦੇ ਹਾਵ ਭਾਵ ਇੱਕ ਦੂਜੇ ਨੂੰ ਸਾਰੀ ਗੱਲ ਕਹਿ ਰਹੇ ਸਨ। ਕਰਤਾਰ ਸਿੰਘ ਸਰਾਭਾ ਨੇ 3 ਫਰਵਰੀ ਤੋਂ 11 ਫਰਵਰੀ ਤੱਕ 8 ਦਿਨ ਅੰਦਰ ਪੂਰਬ ਦੀਆਂ ਦੂਰ ਦਰਾਡੀਆਂ 7 ਛਾਉਣੀਆਂ ਇੱਕੋ ਸਾਹੇ ਗਾਹ ਦਿੱਤੀਆਂ ਸਨ। 12 ਤੋਂ 19 ਫਰਵਰੀ ਤੱਕ 7 ਦਿਨਾਂ ਵਿੱਚ ਉਸਨੇ ਲਾਹੌਰ, ਲੁਧਿਆਣਾ ਅਤੇ ਫਿਰੋਜ਼ਪੁਰ ਵਿਚਕਾਰ ਘੱਟੋ ਘੱਟ 3 ਗੇੜੇ ਲਾ ਦਿੱਤੇ ਸਨ। ਇਹਨਾਂ 2 ਹਫ਼ਤਿਆਂ ਅੰਦਰ ਹੀ ਉਸਨੇ ਆਪਣੇ ਸਾਥੀਆਂ ਅਤੇ ਫੌਜ ਦੇ ਸਿਪਾਹੀਆਂ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਕੀਤੀਆਂ ਸਨ। ਉਸਨੇ ਮਸ਼ੀਨ ਵਾਂਗੂ ਕੰਮ ਕੀਤਾ ਸੀ, ਪਰ ਇੰਨੀ ਭੱਜ ਭਜਾਈ ਦੇ ਬਾਵਜੂਦ ਉਸਨੇ ਜਰਾ ਜਿੰਨਾ ਵੀ ਥਕੇਵਾਂ ਨਹੀਂ ਮੰਨਿਆ ਸੀ। ਪਰ ਹੁਣ ਜਦੋਂ ਉਸ ਦੀ ਸਾਰੀ ਮਿਹਨਤ ਅਜਾਈ ਚਲੀ ਗਈ ਸੀ ਤਾਂ ਉਸ ਨੂੰ ਥਕੇਵੇਂ ਨੇ ਬੁਰੀ ਤਰ੍ਹਾਂ ਨਿਢਾਲ ਕਰਕੇ ਸੁੱਟ ਦਿੱਤਾ ਸੀ। ਉਸ ਨੂੰ ਲੱਗਿਆ ਜਿਵੇਂ ਉਸ ਨੇ ਕਈ ਜਨਮਾਂ ਤੋਂ ਆਰਾਮ ਨਾ ਕੀਤਾ ਹੋਵੇ। ਉਸ ਦਾ ਸਾਰਾ ਜਿਸਮ ਥਕਾਵਟ ਨਾਲ ਟੁੱਟਣ ਲੱਗ ਪਿਆ ਸੀ। ਉਹ ਕਾਫੀ ਦੇਰ ਇਸੇ ਮੁਦਰਾ ਵਿੱਚ ਪਿਆ ਰਿਹਾ। ਅਖੀਰ ਉਸਨੇ ਆਪਣੇ ਮਨ ਨੂੰ ਤਕੜਾ ਕੀਤਾ। ਉਸ ਅੰਦਰ ਭਾਣਾ ਮੰਨਣ ਦਾ ਆਤਮਿਕ ਬਲ ਅਤੇ ਭਰੋਸਾ ਪੈਦਾ ਹੋ ਗਿਆ ਅਤੇ ਉਸਨੇ ਰਾਸ ਬਿਹਾਰੀ ਬੋਸ ਨਾਲ ਰਸਮੀ ਤੌਰ ਤੇ ਦੁੱਖ ਅਤੇ ਅਫਸੋਸ ਦੇ ਕੁਝ ਲਫ਼ਜ਼ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਮੌਕਾ ਆਉਣ ਤੇ ਫਿਰ ਕਿਸਮਤ ਅਜ਼ਮਾਉਣ ਦਾ ਨਿਸ਼ਚਾ ਪ੍ਰਗਟਾਇਆ। ਸਚਿੰਦਰ ਨਾਥ ਸਨਿਆਲ ਨੇ ਸਰਾਭੇ ਅਤੇ ਰਾਸ ਬਿਹਾਰੀ ਦੀ ਉਸ ਵੇਲੇ ਦੀ ਮਨੋਅਵਸਥਾ ਦੀ ਕਲਪਨਾ ਕਰਦਿਆਂ ਉਹਨਾਂ ਦੇ ਅਡਿੱਗ ਹੌਸਲੇ ਅਤੇ ਆਤਮਿਕ ਬਲ ਨੂੰ ਸਲਾਮ ਕਰਦੇ ਹੋਏ ਇਸ ਗੱਲ ਉੱਤੇ ਹਲਕਾ ਜਿਹਾ ਅਫਸੋਸ ਅਤੇ ਰੋਸ ਵੀ ਜ਼ਾਹਿਰ ਕੀਤਾ ਹੈ ਕਿ ਐਡੇ ਵੱਡੇ ਮਾਨਸਿਕ ਬਲ ਦੀ ਮਰਿਆਦਾ ਨੂੰ ਸਮਝਣ ਵਾਲੇ ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ। ਉਹਨਾਂ ਦਾ ਇਹ ਕਥਨ ਕਿੰਨਾ ਸੱਚਾ ਹੈ ਕਿ ਇੱਕ ਬਹਾਦਰ ਦੀ ਇੱਜ਼ਤ ਕਰਨਾ ਬਹਾਦਰ ਹੀ ਜਾਣਦਾ ਏ। ਜਿਹੜਾ ਵਿਅਕਤੀ ਕਦੇ ਇਨਕਲਾਬ ਦੇ ਬਿਖੜੇ ਪੈਂਡੇ ਤੇ ਨਹੀਂ ਤੁਰਿਆ ਅਤੇ ਜਿਸ ਨੇ ਕਦੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਹੀਂ ਵੇਖਿਆ, ਉਹ ਇਨਕਲਾਬੀਆਂ ਦੇ ਮਾਨਸਿਕ ਬਲ ਦੀ ਮਰਿਆਦਾ ਨੂੰ ਨਹੀਂ ਸਮਝ ਸਕਦਾ। ਉਹ ਉਹਨਾਂ ਦਾ ਇਤਿਹਾਸ ਲਿਖਣ ਲੱਗਿਆਂ ਉਹਨਾਂ ਨਾਲ ਇਨਸਾਫ ਨਹੀਂ ਕਰ ਸਕਦਾ। ਸਰਾਭੇ ਅਤੇ ਰਾਸ ਬਿਹਾਰੀ ਦੋਵਾਂ ਨੂੰ ਹੀ ਪਤਾ ਸੀ ਕਿ ਉਹਨਾਂ ਦਾ ਉੱਥੇ ਹੋਰ ਜ਼ਿਆਦਾ ਚਿਰ ਟਿਕਣਾ ਖਤਰੇ ਤੋਂ ਖਾਲੀ ਨਹੀਂ ਸੀ। ਭਾਈ ਹਰਨਾਮ ਸਿੰਘ ਕੋਟਲਾ ਅਤੇ ਲਾਲਾ ਰਾਮ ਸਰਨ ਦਾਸ ਸਰਾਭੇ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। ਉਹਨਾਂ ਸਾਰਿਆਂ ਨੇ ਸਲਾਹ ਬਣਾਈ ਕਿ ਰਾਸ ਬਿਹਾਰੀ ਨੂੰ ਰਾਤ ਨੂੰ ਹੀ ਬਨਾਰਸ ਨੂੰ ਵਿਦਾ ਕਰ ਦਿੱਤਾ ਜਾਵੇ। ਸੋ 20 ਫਰਵਰੀ ਦੀ ਰਾਤ ਨੂੰ ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਰਾਸ ਬਿਹਾਰੀ ਬੋਸ ਨੂੰ ਪੰਜਾਬੀ ਲਿਬਾਸ ਪਵਾ ਕੇ ਲਾਹੌਰ ਸਟੇਸ਼ਨ ਤੋਂ ਬਨਾਰਸ ਜਾਣ ਵਾਲੀ ਗੱਡੀ ਵਿੱਚ ਬਿਠਾ ਆਏ। ਉਹ ਸੁੱਖ ਸਾਂਦ ਨਾਲ ਅਗਲੇ ਦਿਨ ਬਨਾਰਸ ਆਪਣੇ ਟਿਕਾਣੇ ਤੇ ਪਹੁੰਚ ਗਿਆ ਅਤੇ ਬਾਅਦ ਵਿੱਚ ਅਲਬੇਲੇ ਪੰਜਾਬੀ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਦੀ ਮਦਦ ਨਾਲ ਜਾਪਾਨ ਜਾਣ ਵਿੱਚ ਸਫਲ ਹੋ ਗਿਆ। ਰਾਸ ਬਿਹਾਰੀ ਨੂੰ ਪੰਜਾਬ ਵਿੱਚੋਂ ਸੁਖੀ ਸਾਂਦੀ ਬਾਹਰ ਕੱਢਣ ਦੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਸਰਾਭੇ ਅਤੇ ਉਸਦੇ ਸਾਥੀਆਂ ਨੇ ਆਪਣੇ ਭਵਿੱਖ ਦੀ ਯੋਜਨਾ ਬਾਰੇ ਸੋਚਣਾ ਸ਼ੁਰੂ ਕੀਤਾ। ਰਾਮ ਸਰਨ ਦਾਸ ਉਹਨਾਂ ਦੀ ਸਲਾਹ ਨਾਲ ਕਪੂਰਥਲੇ ਨੂੰ ਚਲਾ ਗਿਆ। ਭਾਈ ਹਰਨਾਮ ਸਿੰਘ ਨੇ ਦੱਸਿਆ ਕਿ ਭਾਈ ਜਗਤ ਸਿੰਘ ਸੁਰਸੰਘੀਏ ਨੇ ਦਦੇਹਰ ਤੋਂ ਮੁੜ ਕੇ ਰਾਤ ਨੂੰ ਮੱਛੀ ਅਹਾਤੇ ਵਾਲੇ ਘਰ ਵਿੱਚ ਆਉਣਾ ਸੀ। ਇਸ ਕਰਕੇ ਉਹ ਵੀ ਰਾਤ ਨੂੰ ਗਵਾਲ ਮੰਡੀ ਵਾਲਾ ਘਰ ਛੱਡ ਕੇ ਉਸੇ ਮਕਾਨ ਵਿੱਚ ਜਾ ਸੁੱਤੇ ਸਨ। ਅਗਲੇ ਦਿਨ 21 ਫਰਵਰੀ ਨੂੰ ਜਗਤ ਸਿੰਘ ਵੀ ਪਹੁੰਚ ਗਿਆ ਸੀ। ਰਾਤ ਨੂੰ ਤਿੰਨਾਂ ਨੇ ਸਲਾਹ ਕੀਤੀ ਕਿ ਹੁਣ ਇੱਥੇ ਫੌਰੀ ਕੁਝ ਵੀ ਕਰ ਸਕਣਾ ਸੰਭਵ ਨਹੀਂ ਲੱਗਦਾ। ਇਸ ਕਰਕੇ ਥੋੜ੍ਹਾ ਚਿਰ ਵਕਤ ਲੰਘਾਉਣ, ਭਵਿੱਖ ਦੀਆਂ ਤਿਆਰੀਆਂ ਕਰਨ ਅਤੇ ਢੁਕਵੇਂ ਮੌਕੇ ਦੀ ਉਡੀਕ ਕਰਨ ਲਈ ਪੱਛਮ ਵਿੱਚ ਸਰਹੱਦ ਦੇ ਆਜ਼ਾਦ ਇਲਾਕੇ ਵਿੱਚ ਚਲੇ ਜਾਈਏ। ਫਿਰ ਜਦ ਥੋੜ੍ਹਾ ਟਿਕਾ ਹੋ ਜਾਵੇਗਾ ਤਾਂ ਅਗਲੀਆਂ ਕੋਸ਼ਿਸ਼ਾਂ ਕਰਨ ਲਈ ਮੁੜ ਆਵਾਂਗੇ। ਇਹ ਮਨ ਬਣਾ ਕੇ ਰਾਤ ਨੂੰ ਤਿੰਨੋਂ ਜਣੇ ਗੱਡੀ ਚੜ੍ਹ ਕੇ ਲਾਇਲਪੁਰ ਚਲੇ ਗਏ। ਉੱਥੋਂ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਕੋਲੋਂ ਖਰਚ ਪੱਠੇ ਲਈ 100 ਰੁਪਏ ਲੈ ਕੇ ਉਹ ਸਰਹੱਦ ਵੱਲ ਨੂੰ ਨਿਕਲ ਤੁਰੇ। ਜਿਸ ਵੇਲੇ ਸਰਾਭਾ ਅਤੇ ਉਸਦੇ 2 ਸਾਥੀ ਲਾਹੌਰ ਵਿੱਚੋਂ ਨਿਕਲੇ ਸਨ ਤਾਂ ਉਸ ਵੇਲੇ ਪੁਲਿਸ ਨੇ ਗਦਰੀਆਂ ਨੂੰ ਫੜਨ ਲਈ ਪੂਰੀ ਵਾਹ ਲਾਈ ਹੋਈ ਸੀ। ਫੜੇ ਗਏ ਗਦਰੀ ਵਰਕਰਾਂ ਦੀ ਤਫਤੀਸ਼ ਦੌਰਾਨ ਪੁਲਿਸ ਨੂੰ ਗਦਰੀਆਂ ਦੇ ਸ਼ਹਿਰ ਅੰਦਰਲੇ ਸਾਰੇ ਅੱਡਿਆਂ ਦਾ ਪਤਾ
ਚੱਲ ਗਿਆ ਸੀ। ਪੁਲਿਸ ਉਹਨਾਂ ਅੱਡਿਆਂ ਉੱਤੇ ਪੂਰੀ ਤਾੜ ਰੱਖ ਰਹੀ ਸੀ ਅਤੇ ਆਉਣ ਵਾਲੇ ਵਰਕਰਾਂ ਨੂੰ ਥਾਂ ਦਬੋਚ ਲਿਆ ਜਾਂਦਾ ਸੀ। ਸ਼ਹਿਰ ਅੰਦਰ ਪੁਲਿਸ ਹਰ ਬਾਜ਼ਾਰ, ਚੌਂਕ ਅਤੇ ਲਾਂਘੇ ਉੱਤੇ ਕਰੜੀ ਨਿਗਰਾਨੀ ਰੱਖ ਰਹੀ ਸੀ। ਸਿੱਖਾਂ ਨੂੰ ਵਿਸ਼ੇਸ਼ ਕਰਕੇ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਉਹਨਾਂ ਨੂੰ ਜਗ੍ਹਾ ਜਗ੍ਹਾ ਰੋਕ ਕੇ ਤਲਾਸ਼ੀਆਂ ਲਈਆਂ ਜਾਂਦੀਆਂ ਸਨ। ਇਸੇ ਹੀ ਚੱਕਰ ਵਿੱਚ 20 ਫਰਵਰੀ ਨੂੰ ਅਨਾਰਕਲੀ ਬਾਜ਼ਾਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰ ਗਈ ਸੀ। 3 ਚੋਟੀ ਦੇ ਗਦਰੀ ਭਾਈ ਅਰਜਨ ਸਿੰਘ ਖਖਰਾਣਾ, ਬੰਤਾ ਸਿੰਘ ਸੰਘਵਾਲ ਅਤੇ ਹਰਨਾਮ ਸਿੰਘ ਸਿਆਲਕੋਟੀ ਤਾਂਗੇ ਵਿੱਚ ਬੈਠੇ ਅਨਾਰਕਲੀ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਬਾਜ਼ਾਰ ਵਿੱਚ ਗਸ਼ਤ ਕਰ ਰਹੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਤਲਾਸ਼ੀ ਲੈਣੀ ਚਾਹੀ। ਭਾਈ ਅਰਜਨ ਸਿੰਘ ਨੇ ਬਚਣ ਦਾ ਹੋਰ ਕੋਈ ਰਾਹ ਨਾ ਦੇਖਦੇ ਹੋਏ ਡੱਬ ਵਿੱਚੋਂ ਪਿਸਤੌਲ ਕੱਢ ਲਿਆ ਅਤੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ। ਜਦੋਂ ਇੱਕ ਹੌਲਦਾਰ ਨੇ ਉਸ ਵੱਲ ਵਧਣ ਦਾ ਯਤਨ ਕੀਤਾ ਤਾਂ ਉਸਨੇ ਦੂਜੀ ਗੋਲੀ ਉਸਦੇ ਜੜ ਦਿੱਤੀ। ਦੋਵੇਂ ਪੁਲਸੀਏ ਥਾਈਂ ਦਮ ਤੋੜ ਗਏ। ਤਿੰਨੇ ਗਦਰੀ ਸੂਰਮੇ ਮੌਕਾ ਬਚਾ ਕੇ ਉੱਥੋਂ ਭੱਜ ਨਿਕਲੇ। ਥੋੜ੍ਹੀ ਦੂਰ ਜਾ ਕੇ ਅਰਜਨ ਸਿੰਘ ਇੱਕ ਨਲਕਾ ਗੇੜ ਕੇ ਪਾਣੀ ਪੀਣ ਲੱਗਾ। ਨੇੜੇ ਖੜੇ ਇੱਕ ਬਦਮਾਸ਼ ਨੇ ਉਸ ਨੂੰ ਪਿੱਛੋਂ ਪੈਰਾਂ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ। ਇੰਨੇ ਨੂੰ ਪੁਲਿਸ ਵੀ ਆ ਪਈ। ਇਸ ਤਰ੍ਹਾਂ ਭਾਈ ਅਰਜਨ ਸਿੰਘ ਤਾਂ ਫੜਿਆ ਗਿਆ, ਪਰ ਦੂਜੇ ਦੋਨੋਂ ਗਦਰੀ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਇਸੇ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਹੀ ਗਦਰੀਆਂ ਦੀਆਂ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਗਿਆ ਸੀ, ਜਿਸ ਵਿੱਚ ਥੋੜ੍ਹੇ ਸਮੇਂ ਅੰਦਰ ਬਹੁਤ ਸਾਰੇ ਨਾਮੀ ਗਦਰੀ ਫੜੇ ਗਏ ਸਨ। ਅਜਿਹੀ ਹਾਲਤ ਵਿੱਚ ਵੀ ਜੇਕਰ ਸਰਾਭਾ ਅਤੇ ਉਸਦੇ ਦੂਸਰੇ ਸਾਥੀ ਲਾਹੌਰ ਵਿੱਚ 2 ਦਿਨ ਸੁੱਖ ਸਾਂਦ ਨਾਲ ਕੱਟ ਗਏ ਸਨ ਅਤੇ ਫਿਰ ਗੱਡੀ ਚੜ੍ਹ ਕੇ ਸਹੀ ਸਲਾਮਤ ਲਾਹੌਰ ਤੋਂ ਬਾਹਰ ਨਿਕਲ ਜਾਣ ਵਿੱਚ ਸਫਲ ਹੋ ਗਏ ਸਨ, ਤਾਂ ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ। ਨਿਚੋੜ ਅਤੇ ਪੜਚੋਲ। ਗਦਰ ਲਹਿਰ ਦੀ ਦੁਖਦਾਈ ਹਾਰ ਬਾਰੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਅਲੱਗ-ਅਲੱਗ ਵਿਦਵਾਨਾਂ ਅਤੇ ਲੇਖਕਾਂ ਨੇ ਆਪੋ ਆਪਣੀ ਮਤ ਅਤੇ ਵਿਚਾਰਧਾਰਕ ਝੁਕਾਅ ਮੁਤਾਬਕ ਇਸ ਦੇ ਅਲੱਗ-ਅਲੱਗ ਕਾਰਨ ਦੱਸੇ ਹਨ, ਪਰ ਕਿਸੇ ਵੀ ਵਿਦਵਾਨ ਨੇ ਇਸ ਵਿੱਚ ਬੰਗਾਲੀਆਂ ਦੇ ਰੋਲ ਦਾ ਖੁੰਭ ਕੇ ਪੜਚੋਲਵਾਂ ਮੁਲਾਂਕਣ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ। ਜ਼ਿਆਦਾ ਕਰਕੇ ਉਹਨਾਂ ਬਾਰੇ ਸ਼ਰਧਾ ਅਤੇ ਪ੍ਰਸ਼ੰਸਾ ਦੇ ਭਾਵ ਹੀ ਪ੍ਰਗਟਾਏ ਹਨ। ਬੰਗਾਲੀ ਕ੍ਰਾਂਤੀਕਾਰੀਆਂ ਦੀ ਇਨਕਲਾਬੀ ਗੁਣ ਯੋਗਤਾ ਬਾਰੇ ਬਹੁਤ ਸਾਰੇ ਭਰਮ ਸਿਰਜੇ ਅਤੇ ਪ੍ਰਚਾਰੇ ਗਏ ਹਨ, ਪਰ ਜੇਕਰ ਸਮੁੱਚੇ ਘਟਨਾਕ੍ਰਮ ਦੀ ਰੌਸ਼ਨੀ ਵਿੱਚ ਰੱਖ ਕੇ ਬੰਗਾਲੀਆਂ ਦੇ ਰੋਲ ਦਾ ਪੜਚੋਲਵਾਂ ਮੁਲਾਂਕਣ ਕੀਤਾ ਜਾਵੇ ਤਾਂ ਉਹਨਾਂ ਵੱਲੋਂ ਗਦਰੀਆਂ ਨੂੰ ਦਿੱਤੇ 2 ਸੁਝਾਵਾਂ, ਜਿਨ੍ਹਾਂ ਦਾ ਜ਼ਿਕਰ ਪਿਛਲੇ ਕਾਂਡ ਦੇ ਸ਼ੁਰੂ ਵਿੱਚ ਕੀਤਾ ਗਿਆ ਹੈ, ਨੂੰ ਗਦਰ ਲਹਿਰ ਦੀ ਹਾਰ ਦੇ ਮੁੱਖ ਕਾਰਨਾਂ ਵਜੋਂ ਵੇਖਣ ਅਤੇ ਸਮਝਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਬੰਗਾਲੀਆਂ ਨੇ ਪੰਜਾਬ ਦੇ ਗਦਰੀਆਂ ਨੂੰ ਦਸੰਬਰ 1914 ਵਿੱਚ ਬਗਾਵਤ ਕਰਨ ਤੋਂ ਨਾ ਵਰਜਿਆ ਹੁੰਦਾ ਅਤੇ ਜੇਕਰ ਉਸ ਵੇਲੇ ਉਹਨਾਂ ਨੂੰ ਡਾਕੇ ਮਾਰਨ ਦੇ ਕੁਰਾਹੇ ਨਾ ਪਾਇਆ ਹੁੰਦਾ ਤਾਂ ਨਤੀਜੇ ਇਸ ਨਾਲੋਂ ਕਿਤੇ ਵੱਖਰੇ ਅਤੇ ਬਿਹਤਰ ਹੁੰਦੇ। ਹੁਣ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਹੈ ਕਿ ਉਸ ਵੇਲੇ ਭਾਰਤ ਅੰਦਰ ਅੰਗਰੇਜ਼ੀ ਰਾਜ ਦੀ ਤਕਦੀਰ ਬਹੁਤ ਹੀ ਕੱਚੇ ਧਾਗੇ ਤੇ ਲਟਕੀ ਹੋਈ ਸੀ। ਰੋਲਟ ਰਿਪੋਰਟ ਵਿੱਚ ਇਸ ਦੀ ਪੂਰੀ ਸਾਫ਼ ਗੋਈ ਨਾਲ ਇਕਬਾਲ ਕੀਤਾ ਗਿਆ ਹੈ। ਗਦਰ ਦੇ ਅਸਫਲ ਹੋ ਜਾਣ ਤੋਂ ਬਾਅਦ ਰਿਪੋਰਟ ਵਿੱਚ ਇਹ ਸਾਫ਼ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਗਦਰ ਲਹਿਰ ਵੱਡੇ ਪੈਮਾਨੇ ਉੱਤੇ ਖੂਨ ਖਰਾਬਾ ਕਰਾਉਣੋਂ ਵਾਲ ਕੂਦੀ ਵਿੱਚ ਉੱਤੇ ਰਹਿ ਗਈ। ਵੇਖਿਆ ਜਾਵੇ ਤਾਂ ਐਵੇਂ ਥੋੜ੍ਹੇ ਜਿਹੇ ਘੰਟਿਆਂ ਦਾ ਹੀ ਫਰਕ ਰਹਿ ਗਿਆ ਸੀ। ਪੁਲਿਸ ਜੇਕਰ ਛਾਉਣੀਆਂ ਵਿੱਚ ਇਤਲਾਹ ਦੇਣ ਵਿੱਚ 3-4 ਕੁ ਘੰਟੇ ਪਛੜ ਜਾਂਦੀ ਤਾਂ ਮੀਆਂ ਮੀਰ ਅਤੇ ਫਿਰੋਜ਼ਪੁਰ ਵਿੱਚ ਗਦਰੀਆਂ ਨੇ ਪੱਕ ਨਾਲ ਹੀ ਬਗਾਵਤ ਦਾ ਭੜਥੂ ਪਾ ਦੇਣਾ ਸੀ। ਅੰਜਾਮ ਕੀ ਹੁੰਦਾ, ਇਸ ਬਾਰੇ ਪੂਰੇ ਯਕੀਨ ਨਾਲ ਕੁਝ ਕਹਿਣਾ ਸੰਭਵ ਨਹੀਂ ਹੈ, ਪਰ ਇੱਕ ਗੱਲ ਪੂਰੀ ਨਿਸ਼ਚਿਤਤਾ ਨਾਲ ਕਹੀ ਜਾ ਸਕਦੀ ਹੈ ਕਿ ਜੇਕਰ ਅਜਿਹਾ ਹੋ ਗਿਆ ਹੁੰਦਾ ਤਾਂ ਅੱਜ ਹਿੰਦੁਸਤਾਨ ਦਾ, ਖਾਸ ਕਰਕੇ ਪੰਜਾਬ ਦਾ ਇਤਿਹਾਸ ਅਤੇ ਰਾਜਸੀ ਨਕਸ਼ਾ ਹੋਰ ਦਾ ਹੋਰ ਹੋਣਾ ਸੀ। ਬਾਅਦ ਵਿੱਚ ਜਾ ਕੇ ਅੰਗਰੇਜ਼ ਹਾਕਮਾਂ ਨੇ ਇਹ ਗੱਲ ਆਪ ਮੰਨੀ ਸੀ ਕਿ ਜੰਗ ਲੱਗਣ ਕਰਕੇ ਉਹਨਾਂ ਦੀ ਭਾਰਤ ਅੰਦਰ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ। ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਹਾਰਡਿੰਗ ਨੇ ਸਾਫ਼ ਮੰਨਿਆ ਸੀ ਕਿ ਇਹਨਾਂ ਮਹੀਨਿਆਂ ਵਿੱਚ ਭਾਰਤ ਦੀ ਅੰਦਰੂਨੀ ਹਾਲਤ ਬਹੁਤ ਖਤਰਨਾਕ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਇਨਕਲਾਬੀਆਂ ਨੂੰ ਸਾਡੀ ਉਸ ਫੌਜੀ ਕਮਜ਼ੋਰੀ ਦਾ ਪਤਾ ਲੱਗ ਚੁੱਕਾ ਸੀ ਜੋ ਫੌਜਾਂ ਨੂੰ ਬਾਹਰ ਭੇਜਣ ਤੋਂ ਸਾਡੀ ਤਾਕਤ ਵਿੱਚ ਆ ਗਈ ਸੀ। ਫੌਜੀ ਅਫਸਰਾਂ
ਨੂੰ 19 ਫਰਵਰੀ ਨੂੰ ਹੋਣ ਜਾ ਰਹੀ ਬਗਾਵਤ ਬਾਰੇ ਇਤਲਾਹ ਮਿਲ ਜਾਣ ਦੇ ਬਾਵਜੂਦ ਜੇਕਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀ 19 ਫਰਵਰੀ ਦੀ ਰਾਤ ਨੂੰ ਵੀ ਫਿਰੋਜ਼ਪੁਰ ਛਾਉਣੀ ਦੀਆਂ ਬੈਰਕਾਂ ਦੇ ਅੰਦਰ ਜਾ ਕੇ ਸਹੀ ਸਲਾਮਤ ਮੁੜ ਆਏ ਸਨ ਅਤੇ 19 ਤੋਂ ਬਾਅਦ ਵੀ ਜੇਕਰ ਭਾਈ ਪ੍ਰੇਮ ਸਿੰਘ ਸੁਰਸੰਘੀਆ ਮੀਆਂ ਮੀਰ ਦੀ ਛਾਉਣੀ ਅੰਦਰ ਹਫ਼ਤਾ ਭਰ ਨਿੱਤ ਵਾਂਗੂ ਆਉਂਦਾ ਜਾਂਦਾ ਅਤੇ 23ਵੇਂ ਰਸਾਲੇ ਦੇ ਜਵਾਨਾਂ ਨਾਲ ਮੀਟਿੰਗਾਂ ਕਰਦਾ ਰਿਹਾ ਸੀ ਤਾਂ ਇਸ ਤੋਂ ਅੰਗਰੇਜ਼ ਸਰਕਾਰ ਦੀ ਕਮਜ਼ੋਰੀ ਸਪਸ਼ਟ ਪ੍ਰਗਟ ਹੋ ਜਾਂਦੀ ਹੈ। ਗਦਰੀ ਆਗੂਆਂ ਨੂੰ ਹਾਲਤ ਦੇ ਇਸ ਪਹਿਲੂ ਦੀ ਬਹੁਤ ਡੂੰਘੀ ਅਤੇ ਨਿਖਰਵੀਂ ਸਮਝ ਪੈ ਗਈ ਸੀ। ਇਸ ਦੀ ਤੁਲਨਾ ਵਿੱਚ ਬੰਗਾਲੀਆਂ ਦਾ ਇਸ ਪੱਖ ਵੱਲ ਪਹਿਲਾਂ ਤਾਂ ਧਿਆਨ ਹੀ ਨਹੀਂ ਸੀ ਗਿਆ। ਸਨਿਆਲ ਨੇ ਇਕਬਾਲ ਕੀਤਾ ਹੈ ਕਿ ਯੁੱਧ ਨੀਤੀ ਤੋਂ ਅਸੀਂ ਬਿਲਕੁਲ ਅਣਜਾਣ ਸੀ ਅਤੇ ਇਸ ਪਾਸੇ ਜਿੱਦਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਲੋੜ ਸੀ ਉਹ ਅਸੀਂ ਨਹੀਂ ਸੀ ਕੀਤਾ। ਕਾਰਨ ਇਹ ਕਿ ਜਰਮਨ ਯੁੱਧ ਇੰਨੀ ਜਲਦੀ ਛਿੜ ਜਾਏਗਾ ਅਤੇ ਇੰਨੀ ਜਲਦੀ ਖੁੱਲ੍ਹੇ ਰੂਪ ਵਿੱਚ ਗਦਰ ਕਰਨਾ ਸ਼ੁਰੂ ਹੋਵੇਗਾ, ਇਹ ਅਸੀਂ ਪਹਿਲਾਂ ਸਮਝ ਨਹੀਂ ਸੀ ਸਕੇ। ਜਦੋਂ ਗਦਰੀਆਂ ਨੂੰ ਮਿਲ ਕੇ ਉਹਨਾਂ ਨੂੰ ਇਸ ਦਾ ਅੱਧ-ਪਚੱਧਾ ਅਹਿਸਾਸ ਹੋ ਗਿਆ ਸੀ ਤਾਂ ਉਸ ਵੇਲੇ ਵੀ ਉਹਨਾਂ ਦੀ ਹਿੰਦੂ ਰਾਸ਼ਟਰਵਾਦੀ ਦ੍ਰਿਸ਼ਟੀ ਨੇ ਉਹਨਾਂ ਦੀ ਇਸ ਹਾਲਤ ਦਾ ਫਾਇਦਾ ਉਠਾਉਣ ਦੀ ਸਮਰੱਥਾ ਨਿਸੱਤੀ ਕਰ ਦਿੱਤੀ ਸੀ। ਉਹਨਾਂ ਦੀ ਅਖੰਡ ਭਾਰਤ ਦੀ ਧਾਰਨਾ ਨੇ ਭਾਰਤ ਦੀਆਂ ਸਮਾਜੀ ਅਤੇ ਸੱਭਿਆਚਾਰਕ ਹਕੀਕਤਾਂ ਬਾਰੇ ਉਹਨਾਂ ਦੀ ਨਜ਼ਰ ਧੁੰਦਲੀ ਕਰ ਦਿੱਤੀ ਸੀ। ਪੰਜਾਬ ਦੇ ਗਦਰੀਆਂ ਨੂੰ ਕਾਹਲੀ ਤੋਂ ਵਰਜਣ ਪਿੱਛੇ ਉਹਨਾਂ ਦੀ ਵੱਡੀ ਇਹ ਦਲੀਲ ਸੀ ਕਿ ਥੋੜ੍ਹੇ ਹੀ ਚਿਰ ਵਿੱਚ ਬੰਗਾਲ ਵੀ ਪੰਜਾਬ ਵਾਂਗੂ ਬਗਾਵਤ ਲਈ ਤਿਆਰ ਹੋ ਜਾਵੇਗਾ, ਪਰ ਅਮਲ ਨੇ ਸਾਫ਼ ਵਿਖਾ ਦਿੱਤਾ ਕਿ ਉਹਨਾਂ ਦੀ ਇਹ ਉਮੀਦ ਨਿਰੀ ਖੁਸ਼ਫਹਿਮੀ ਹੀ ਸਾਬਿਤ ਹੋਈ। ਬੰਗਾਲੀਆਂ ਨੇ ਪੰਜਾਬ ਦੇ ਗਦਰੀਆਂ ਤੋਂ ਉਤਸ਼ਾਹਿਤ ਹੋ ਕੇ ਪੂਰਬੀ ਸੰਯੁਕਤ ਪ੍ਰਦੇਸ਼, ਬਿਹਾਰ ਅਤੇ ਬੰਗਾਲ ਅੰਦਰ ਕੁਝ ਕੁ ਰਾਜਪੂਤ ਰੈਜੀਮੈਂਟਾਂ ਅੰਦਰ ਕੰਮ ਕਰਨ ਦੇ ਯਤਨ ਜ਼ਰੂਰ ਕੀਤੇ, ਪਰ ਉਹਨਾਂ ਨੂੰ ਕਿਤੇ ਵੀ ਗਿਣਨ ਜੋਗੀ ਸਫਲਤਾ ਹਾਸਿਲ ਨਾ ਹੋਈ। ਗਦਰ ਲਹਿਰ ਦੀ ਛਾਣਬੀਣ ਕਰਨ ਵਾਲੇ 2 ਗੋਰੇ ਪੁਲਿਸ ਅਫਸਰਾਂ ਨੇ ਆਪਣੀ ਰਿਪੋਰਟ ਵਿੱਚ ਇੱਕ ਜਗ੍ਹਾ ਬੰਗਾਲੀਆਂ ਦੇ ਯਤਨਾਂ ਦੀ ਇੱਕ ਉਦਾਹਰਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਨਾਇਕ ਰਾਓ, ਜਿਹੜਾ ਰਾਸ ਬਿਹਾਰੀ ਬੋਸ ਦਾ ਅਤੀ ਵਿਸ਼ਵਾਸ ਪਾਤਰ ਸੀ, ਬਨਾਰਸ ਦੇ ਇੱਕ ਪ੍ਰਮੁੱਖ ਅਨਾਰਕਿਸਟ ਜਿਸ ਦਾ ਨਾਮ ਮਣੀ ਲਾਲ ਤ੍ਰਿਵੇਦੀ ਦੱਸਿਆ ਗਿਆ ਹੈ, ਨੂੰ ਉਚੇਚਾ ਰਾਸ ਬਿਹਾਰੀ ਕੋਲ ਲਾਹੌਰ ਲੈ ਕੇ ਆਇਆ ਸੀ ਅਤੇ ਰਾਸ ਬਿਹਾਰੀ ਨੇ ਉਸ ਨੂੰ ਬਗਾਵਤ ਲਈ ਮਿੱਥੀ ਹੋਈ ਤਰੀਕ ਅਤੇ ਕੁਝ ਝੰਡੇ, ਪ੍ਰਚਾਰ ਲਿਖਤਾਂ, ਬੰਬ ਅਤੇ ਤਾਰਾਂ ਕੱਟਣ ਵਾਲੇ ਔਜ਼ਾਰ ਆਦਿ ਦੇ ਕੇ ਮੁਲਤਾਨ ਭੇਜਿਆ ਸੀ ਤਾਂ ਕਿ ਉੱਥੇ ਵੀ ਬਗਾਵਤ ਕਰਾਈ ਜਾ ਸਕੇ। ਪਰ ਤ੍ਰਿਵੇਦੀ ਡਰਦਾ ਮਾਰਿਆ ਮੁਲਤਾਨ ਜਾਣ ਦੀ ਬਜਾਏ ਕਿਤੇ ਰਾਹ ਵਿੱਚ ਹੀ ਗਾਇਬ ਹੋ ਗਿਆ ਸੀ। ਉਸ ਦੀ ਕੋਈ ਉੱਗ ਸੁੱਗ ਨਹੀਂ ਮਿਲੀ ਸੀ। ਭਾਵੇਂ ਇਸ ਇੱਕ ਘਟਨਾ ਨੂੰ ਲੈ ਕੇ ਆਮ ਸਿੱਟੇ ਕੱਢਣੇ ਠੀਕ ਨਹੀਂ ਕਹੇ ਜਾ ਸਕਦੇ, ਪਰ ਇੱਕ ਗੱਲ ਤਾਂ ਪ੍ਰਤੱਖ ਹੈ ਕਿ ਬੰਗਾਲੀ ਕਿਸੇ ਇੱਕ ਛਾਉਣੀ ਵਿੱਚ ਵੀ ਕੋਈ ਵੱਡੀ ਹਿਲਜੁਲ ਪੈਦਾ ਨਹੀਂ ਕਰ ਸਕੇ ਸਨ। ਅਜਿਹਾ ਬਿਨਾਂ ਕਾਰਨ ਨਹੀਂ ਹੋਇਆ ਸੀ। ਉਪਰੋਕਤ ਪੁਲਿਸ ਅਫਸਰਾਂ ਨੇ ਆਪਣੀ ਰਿਪੋਰਟ ਵਿੱਚ ਇਸ ਦੇ ਸੱਭਿਆਚਾਰਕ ਕਾਰਨਾਂ ਵੱਲ ਇਸ਼ਾਰਾ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਸੁੱਚਾ ਸਿੰਘ ਅਤੇ ਦੂਸਰੇ ਗਦਰੀ ਜਿਸ ਨਿਡਰਤਾ ਨਾਲ ਛਾਉਣੀਆਂ ਵਿੱਚ ਜਾ ਕੇ ਸਿਪਾਹੀਆਂ ਨੂੰ ਬਗਾਵਤ ਲਈ ਉਕਸਾਉਂਦੇ ਸਨ, ਉਹਨਾਂ ਨੂੰ ਵੇਖ ਕੇ ਭਾਰੀ ਅਚਰਜ ਹੁੰਦਾ ਹੈ। ਉਹ ਬਿਨਾਂ ਜਾਣ ਪਛਾਣ ਤੋਂ ਛਾਉਣੀਆਂ ਅੰਦਰ ਜਾ ਕੇ ਜੋ ਵੀ ਸਿਪਾਹੀ ਸਾਹਮਣੇ ਦਿਖਦਾ ਸੀ ਉਸ ਨੂੰ ਇਨਕਲਾਬ ਦੀ ਸਿੱਖਿਆ ਦੇਣ ਲੱਗ ਪੈਂਦੇ ਸਨ। ਜਦੋਂ ਬਗਾਵਤ ਲਈ ਮਿੱਥੀ ਤਰੀਕ ਵਿੱਚ 1 ਜਾਂ 2 ਹਫ਼ਤੇ ਦਾ ਹੀ ਵਕਫਾ ਰਹਿ ਗਿਆ ਸੀ ਤਾਂ ਇੰਨੇ ਥੋੜ੍ਹੇ ਜਿਹੇ ਸਮੇਂ ਵਿੱਚ ਸਿਪਾਹੀਆਂ ਦੇ ਦਿਲਾਂ ਵਿੱਚੋਂ ਅੰਗਰੇਜ਼ੀ ਰਾਜ ਪ੍ਰਤੀ ਵਫ਼ਾਦਾਰੀ ਦਾ ਭਾਵ ਖਤਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਜੇਕਰ ਇਹ ਕਾਰਜ ਸਮੇਂ ਸਿਰ ਨੇਪਰੇ ਚਾੜ੍ਹਨਾ ਸੀ ਤਾਂ ਇਸ ਦੇ ਲਈ ਕੇਵਲ ਦਲੇਰਾਨਾ ਤਰੀਕੇ ਹੀ ਕਾਰਗਰ ਹੋ ਸਕਦੇ ਸਨ। ਸ਼ਾਇਦ ਉਹਨਾਂ ਨੂੰ ਇਹ ਯਕੀਨ ਹੁੰਦਾ ਕਿ ਜੇਕਰ ਸਿਪਾਹੀ ਉਹਨਾਂ ਨਾਲ ਚੱਲਣ ਲਈ ਰਜ਼ਾਮੰਦ ਵੀ ਨਹੀਂ ਹੁੰਦੇ ਤਾਂ ਵੀ ਉਹ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਵਾਉਣਗੇ। ਬੰਗਾਲੀਆਂ ਅੰਦਰ ਅਜਿਹੀ ਦਲੇਰੀ ਅਤੇ ਭਰੋਸਾ ਨਹੀਂ ਦਿਖਿਆ। ਸਨਿਆਲ ਦੀ ਸਵੈ ਜੀਵਨੀ ਵਿੱਚੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਵਾਲਿਆਂ ਦੀ ਰੀਸੇ ਕੁਝ ਥਾਵਾਂ 'ਤੇ ਛਾਉਣੀਆਂ ਅੰਦਰ ਜਾਣਾ ਤਾਂ ਸ਼ੁਰੂ ਕਰ ਦਿੱਤਾ ਸੀ, ਪਰ ਉਹ ਸਿਪਾਹੀਆਂ ਨਾਲ ਬਹੁਤ ਡਰ ਕੇ ਗੱਲ ਕਰਦੇ ਸਨ। ਉਹ ਪੰਜਾਬ ਵਾਲਿਆਂ ਵਾਂਗੂ ਬੇਧੜਕ ਹੋ ਕੇ ਗੱਲ ਨਹੀਂ ਕਰਦੇ ਸਨ। ਸ਼ਾਇਦ ਇਸ ਕਰਕੇ ਵੀ ਉਹਨਾਂ ਨੂੰ ਬਹੁਤੀ ਸਫਲਤਾ ਹਾਸਿਲ ਨਹੀਂ ਸੀ ਹੋਈ।
ਅਜਿਹੀ ਦਲੇਰੀ ਮਿਥ ਕੇ ਨਹੀਂ ਆਉਂਦੀ, ਇਹ ਵਿਰਸੇ ਵਿੱਚੋਂ ਮਿਲਦੀ ਹੈ। ਇਸ ਤੱਥ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ ਕਿ ਬੰਗਾਲੀਆਂ ਦਾ ਇਤਿਹਾਸ ਅਤੇ ਉਹਨਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਰਵਾਇਤਾਂ ਸਿੱਖਾਂ ਨਾਲੋਂ ਬਹੁਤ ਹੀ ਭਿੰਨ ਹਨ। ਬੰਗਾਲ ਦੇ ਇਨਕਲਾਬੀ ਦਲਾਂ ਦੇ ਇੱਕਾ ਦੁੱਕਾ ਵਿਅਕਤੀਆਂ ਅੰਦਰ ਤਾਂ ਕੁਰਬਾਨੀ ਅਤੇ ਸੂਰਮਗਤੀ ਦਾ ਜਜ਼ਬਾ ਬਹੁਤ ਪ੍ਰਬਲ ਸੀ। ਵੈਸੇ ਇਹ ਵੀ ਉਹਨਾਂ ਦੇ ਰਾਜਸੀ ਵਿਚਾਰਧਾਰਾ ਦੀ ਪੈਦਾਇਸ਼ ਹੀ ਸੀ, ਪਰ ਇਹ ਬੰਗਾਲ ਦੇ ਸਵਰਨ ਜਾਤੀ ਹਿੰਦੂ ਸਮਾਜ ਦਾ ਸਹਿਜ ਗੁਣ ਨਹੀਂ ਸੀ, ਜਿਵੇਂ ਕਿ ਸਿੱਖਾਂ ਦਾ ਹੈ। ਇਸ ਸੱਚਾਈ ਨੂੰ ਅੱਖੋਂ ਓਹਲੇ ਕਰਨਾ ਬੰਗਾਲੀਆਂ ਦੀ ਵੱਡੀ ਭੁੱਲ ਸੀ, ਪਰ ਇਸ ਦਾ ਖਮਿਆਜ਼ਾ ਸਿੱਖਾਂ ਨੂੰ ਵੀ ਭੁਗਤਣਾ ਪੈ ਗਿਆ ਸੀ। ਡਾਕੇ ਤੇ ਬੰਗਾਲੀ ਚਰਿੱਤਰ। ਇੱਥੇ ਇੱਕ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਬੰਗਾਲੀਆਂ ਨੇ ਗਦਰੀਆਂ ਨੂੰ ਡਾਕੇ ਮਾਰਨ ਦੀ ਕੁਮੱਤ ਕਿਉਂ ਦਿੱਤੀ ਸੀ? ਕੀ ਇਸ ਦੇ ਕਾਰਨ ਨਿਰੇ ਪੁਰੇ ਫੌਰੀ ਜਾਂ ਰਾਜਸੀ ਸਨ, ਜਾਂ ਇਸ ਪਿੱਛੇ ਇੱਕ ਸੱਭਿਆਚਾਰਕ ਦਿਸ਼ਾ ਦ੍ਰਿਸ਼ਟੀ ਵੀ ਕੰਮ ਕਰਦੀ ਸੀ? ਅਮਲ ਵਿੱਚੋਂ ਇਹ ਗੱਲ ਉਘੜ ਕੇ ਸਾਹਮਣੇ ਆ ਗਈ ਸੀ ਕਿ ਬੰਗਾਲੀ ਇਨਕਲਾਬੀਆਂ ਦੇ ਪੈਸੇ ਧੇਲੇ ਬਾਰੇ ਸਮਝ ਅਤੇ ਪਹੁੰਚ ਪੰਜਾਬ ਦੇ ਗਦਰੀਆਂ ਨਾਲੋਂ ਬਹੁਤ ਵੱਖਰੀ ਸੀ। ਇਸ ਦੇ ਕਾਰਨ ਦੋਵਾਂ ਵਰਗਾਂ ਦੀ ਅਲੱਗ-ਅਲੱਗ ਸੱਭਿਆਚਾਰਕ ਦਿਸ਼ਾ ਦ੍ਰਿਸ਼ਟੀ ਵਿੱਚੋਂ ਲੱਭੇ ਜਾ ਸਕਦੇ ਹਨ। ਇਨਕਲਾਬੀਆਂ ਦੇ ਲੋਕਾਂ ਨਾਲ ਰਿਸ਼ਤੇ ਅਤੇ ਉਹਨਾਂ ਪ੍ਰਤੀ ਪਹੁੰਚ ਬਾਰੇ ਬੰਗਾਲੀ ਕ੍ਰਾਂਤੀਕਾਰੀਆਂ ਅਤੇ ਗਦਰੀਆਂ ਵਿੱਚ ਵੱਡਾ ਅੰਤਰ ਸੀ। ਜਿਵੇਂ ਪਿੱਛੇ ਜ਼ਿਕਰ ਹੋ ਚੁੱਕਾ ਹੈ, ਬੰਗਾਲੀਆਂ ਨੂੰ ਆਮ ਲੋਕਾਂ ਉੱਤੇ ਭਰੋਸਾ ਨਹੀਂ ਸੀ। ਆਮ ਲੋਕਾਂ ਬਾਰੇ ਉਹਨਾਂ ਦੀ ਧਾਰਨਾ ਸਣਕੀ ਸੀ। ਉਹ ਪੜ੍ਹੇ ਲਿਖੇ ਵਰਗਾਂ ਦੇ ਮਤਵਾਲੇ ਸਨ। ਬੰਗਾਲੀ ਕਲਚਰ ਅੰਦਰ ਸੰਗਤ ਦਾ ਕੋਈ ਸੰਕਲਪ ਨਹੀਂ ਹੈ। ਇਸ ਕਰਕੇ ਬੰਗਾਲੀ ਚਰਿੱਤਰ ਵਿੱਚ ਵਿਅਕਤੀਵਾਦ ਅਤੇ ਸੁਆਰਥ ਨੂੰ ਓਨਾ ਮਾੜਾ ਨਹੀਂ ਗਿਣਿਆ ਜਾਂਦਾ। ਇਸੇ ਤਰ੍ਹਾਂ ਹੀ ਉਹਨਾਂ ਵਿੱਚ ਦਾਨ ਦੇਣ ਦੀ ਪ੍ਰਵਿਰਤੀ ਬਹੁਤ ਘੱਟ ਹੈ। ਬੰਗਾਲੀ ਇਨਕਲਾਬੀਆਂ ਨੇ ਇਹ ਤੱਥ ਨਿਝੱਕ ਹੋ ਕੇ ਮੰਨਿਆ ਹੈ ਕਿ ਬੰਗਾਲ ਦੇ ਲੋਕਾਂ ਅੰਦਰ ਇਨਕਲਾਬੀ ਲਹਿਰ ਨੂੰ ਸਵੈ ਇੱਛਾ ਨਾਲ ਦਾਨ ਦੇਣ ਦੀ ਕੋਈ ਪਰੰਪਰਾ ਨਹੀਂ। ਇਸ ਕਰਕੇ ਲਹਿਰ ਦੀਆਂ ਮਾਇਕ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਸਾਹਮਣੇ ਡਾਕਰ ਮਾਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਸਨਿਆਲ ਨੇ ਜਦੋਂ ਪੰਜਾਬ ਆ ਕੇ ਇਹ ਵੇਖਿਆ ਕਿ ਬਾਹਰੋਂ ਆਏ ਗਦਰੀ ਬਿਨਾਂ ਕਹੇ ਆਪਣੀ ਖੁਸ਼ੀ ਨਾਲ ਹੀ ਪਾਰਟੀ ਨੂੰ ਦਿਲ ਖੋਲ੍ਹ ਕੇ ਡਾਲਰ ਦਾਨ ਕਰ ਰਹੇ ਸਨ, ਤਾਂ ਉਹ ਇੱਕਦਮ ਦੰਗ ਰਹਿ ਗਿਆ ਸੀ। ਉਸਨੇ ਬੇਝਿਜਕ ਹੋ ਕੇ ਮੰਨਿਆ ਹੈ ਕਿ ਗਦਰ ਦੇ ਕੰਮ ਵਿੱਚ ਇਹਨਾਂ ਲੋਕਾਂ ਨੂੰ ਮੈਂ ਜਿਸ ਤਰ੍ਹਾਂ ਦਿਲ ਖੋਲ੍ਹ ਕੇ ਆਪਣੀ ਗੂੜੀ ਕਮਾਈ 'ਚੋਂ ਧਨ ਦਾ ਦਾਨ ਕਰਦਿਆਂ ਦੇਖਿਆ, ਅਜਿਹਾ ਦ੍ਰਿਸ਼ ਬੰਗਾਲ ਵਿੱਚ ਵੇਖਣ ਨੂੰ ਨਹੀਂ ਮਿਲਿਆ। ਅਮਰ ਸਿੰਘ ਰਾਜਪੂਤ ਨੇ ਇੱਕ ਗਵਾਹੀ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਭਾਈ ਜਗਤ ਸਿੰਘ ਸੁਰਸੰਘੀਏ ਨੇ ਇੱਕ ਮੀਟਿੰਗ ਵਿੱਚ ਇਹ ਰਾਏ ਦਿੱਤੀ ਸੀ ਕਿ ਫੰਡਾਂ ਦੀ ਘਾਟ ਪੂਰੀ ਕਰਨ ਲਈ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਸਾਰਾ ਪੈਸਾ ਪਾਰਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਬੰਗਾਲੀ ਤਾਂ ਅਜਿਹੀ ਗੱਲ ਸੋਚ ਵੀ ਨਹੀਂ ਸਕਦੇ ਸਨ। ਸੋ ਇਹਨਾਂ ਕਾਰਨਾਂ ਕਰਕੇ ਬੰਗਾਲੀ ਇਨਕਲਾਬੀਆਂ ਦੇ ਮਨਾਂ ਵਿੱਚ ਪੈਸੇ ਦੇ ਮਾਮਲੇ ਵਿੱਚ ਅਸੁਰੱਖਿਆ ਦਾ ਸਦੀਵੀ ਭਾਵ ਬਣਿਆ ਰਹਿੰਦਾ ਸੀ। ਉਹਨਾਂ ਦੇ ਸਵੈ ਕਥਨਾਂ 'ਚੋਂ ਇਹ ਸੱਚਾਈ ਪ੍ਰਤੱਖ ਉਘੜ ਆਉਂਦੀ ਹੈ। ਸਨਿਆਲ ਦੀ ਧਾਰਨਾ ਸੀ ਕਿ ਜਦ ਤੱਕ ਬੋਝੇ ਵਿੱਚ ਕਾਫੀ ਰਕਮ ਨਾ ਹੋਵੇ, ਉਦੋਂ ਤੱਕ ਦੂਜਿਆਂ ਦੀਆਂ ਦਿੱਤੀਆਂ ਰੋਟੀਆਂ ਦੇ ਆਸਰੇ ਦੇਸ਼ ਦਾ ਅਤੇ 10 ਭਰਾਵਾਂ ਦਾ ਕੰਮ ਕਰਨ ਲਈ ਤਿਆਰ ਹੋਣਾ ਠੀਕ ਨਹੀਂ। ਜਤਿੰਦਰ ਨਾਥ ਦਾ ਵੀ ਇਹੀ ਕਹਿਣਾ ਸੀ ਕਿ ਹੱਥ ਵਿੱਚ ਕਾਫੀ ਸਾਰੇ ਰੁਪਏ ਪੈਸੇ ਲਏ ਬਿਨਾਂ ਇਸ ਕੰਮ ਵਿੱਚ ਹੱਥ ਪਾਉਣਾ ਠੀਕ ਨਹੀਂ ਹੈ। ਸਨਿਆਲ ਦਾ ਡਾਕੇ ਮਾਰਨ ਦੀ ਨੀਤੀ ਵਿੱਚ ਵਿਸ਼ਵਾਸ ਇੰਨਾ ਦ੍ਰਿੜ ਸੀ ਕਿ ਬਾਅਦ ਵਿੱਚ ਜਾ ਕੇ ਬਹੁਤ ਸਾਲਾਂ ਦੇ ਵਕਫੇ ਪਿੱਛੋਂ ਵੀ ਜਦੋਂ ਉਹ ਅੰਡੇਮਾਨ ਦੀ ਜੇਲ੍ਹ ਕੱਟ ਕੇ ਬਾਹਰ ਆ ਗਿਆ ਸੀ ਅਤੇ ਜਦੋਂ ਉਸ ਦੀ ਜਥੇਬੰਦੀ ਦੇ ਬਾਕੀ ਮੈਂਬਰ ਅਮਲ ਵਿੱਚੋਂ ਹਾਸਿਲ ਕੀਤੇ ਨਾਮੁਖੀ ਤਜਰਬੇ ਦੇ ਆਧਾਰ 'ਤੇ ਡਾਕੇ ਮਾਰਨ ਦੀ ਨੀਤੀ ਦਾ ਤਿਆਗ ਕਰਨ ਦੇ ਮਨ ਬਣਾ ਚੁੱਕੇ ਸਨ, ਤਾਂ ਉਦੋਂ ਵੀ ਸਨਿਆਲ ਨੇ ਉਸੇ ਜੋਸ਼ ਖਰੋਸ਼ ਨਾਲ ਡਾਕੇ ਮਾਰਨ ਦੀ ਵਜਾਹਤ ਕੀਤੀ ਸੀ। ਇਸ ਰੌਸ਼ਨੀ ਵਿੱਚ ਵੇਖਿਆ ਬੰਗਾਲੀ ਆਗੂਆਂ ਵੱਲੋਂ ਗਦਰੀਆਂ ਨੂੰ ਡਾਕੇ ਮਾਰਨ ਲਈ ਪ੍ਰੇਰਿਤ ਕਰਨ ਦੀ ਕਿਰਿਆ ਸਾਫ਼ ਸਮਝ ਆ ਜਾਂਦੀ ਹੈ। ਇਸ ਤੋਂ ਬੰਗਾਲੀ ਆਗੂਆਂ ਦੇ ਵਿਹਾਰ ਦਾ ਇੱਕ ਹੋਰ ਨਾਪੱਖੀ ਪਹਿਲੂ ਵੀ ਉਜਾਗਰ ਹੁੰਦਾ ਹੈ। ਉਹਨਾਂ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਣ ਦੀ ਭਾਵਨਾ ਤਾਂ ਬਹੁਤ ਹੈਰਾਨੀਜਨਕ ਨਹੀਂ। ਸਨਿਆਲ ਦੀ ਸਵੈ ਜੀਵਨੀ ਵਿੱਚ ਜਗ੍ਹਾ ਜਗ੍ਹਾ ਬੰਗਾਲ ਦੀ ਵਡਿਆਈ ਕੀਤੀ ਗਈ ਹੈ, ਪਰ ਡਾਕਿਆਂ ਬਾਰੇ ਆਪਣੀ ਸਮਝ ਨੂੰ ਗਦਰੀਆਂ ਉੱਤੇ ਜ਼ਬਰਦਸਤੀ ਥੋਪ ਕੇ ਉਹਨਾਂ ਨੇ ਇਹ ਵੀ ਦਿਖਾ ਦਿੱਤਾ ਕਿ ਆਪਣੇ ਰਾਜਸੀ ਸੁਆਰਥ ਲਈ
ਉਹ ਦੂਸਰਿਆਂ ਦੇ ਸੱਭਿਆਚਾਰਕ ਸਰੋਕਾਰਾਂ ਬਾਰੇ ਕਿੰਨੀ ਸੰਵੇਦਨਸ਼ੀਲ ਅਤੇ ਬੇਕਿਰਕ ਹੋ ਸਕਦੇ ਹਨ। ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਕਿਸੇ ਸੱਭਿਆਚਾਰ ਦੀਆਂ ਬਰੀਕੀਆਂ ਨੂੰ ਜਾਣੇ ਸਮਝੇ ਬਗੈਰ ਇਨਕਲਾਬੀ ਲਹਿਰ ਨੂੰ ਯੋਗ ਅਗਵਾਈ ਨਹੀਂ ਦਿੱਤੀ ਜਾ ਸਕਦੀ, ਅਤੇ ਜਿੰਨਾ ਵਧੀਆ ਕੋਈ ਆਪਣੇ ਸੱਭਿਆਚਾਰ ਨੂੰ ਸਮਝ ਸਕਦਾ ਹੈ, ਕਿਸੇ ਦੂਸਰੇ ਸੱਭਿਆਚਾਰ ਨੂੰ ਨਹੀਂ ਸਮਝ ਸਕਦਾ। ਇਸ ਕਰਕੇ ਕਿਸੇ ਕੌਮ ਦੇ ਆਪਣੇ ਆਗੂ ਹੀ ਉਸ ਦੀ ਯੋਗ ਅਗਵਾਈ ਕਰ ਸਕਦੇ ਹਨ। ਪਰਾਈ ਲੀਡਰਸ਼ਿਪ ਇੱਕ ਲਿਹਾਜ਼ ਨਾਲ ਮਤਰੇਈ ਹੀ ਹੁੰਦੀ ਹੈ। ਗਦਰੀਆਂ ਦੀ ਤਫਤੀਸ਼ ਕਰਨ ਵਾਲੇ 2 ਆਲਾ ਅਫਸਰਾਂ ਨੇ ਇਹ ਗੱਲ ਉਚੇਚੀ ਨੋਟ ਕੀਤੀ ਹੈ ਕਿ ਬੰਗਾਲੀਆਂ ਨੂੰ ਪੰਜਾਬ ਵਿੱਚ ਡਾਕੇ ਮਾਰਨ ਦੀ ਸਲਾਹ ਦੇਣ ਵਾਲੇ ਪੰਜਾਬ ਦੇ ਕਿਸਾਨ ਦੀ ਮਾਨਸਿਕਤਾ ਦੀ ਸਮਝ ਨਹੀਂ ਸੀ। ਇਸ ਤੋਂ ਇਹ ਸੱਚਾਈ ਹੋਰ ਪੁਸ਼ਟ ਹੋ ਜਾਂਦੀ ਹੈ ਕਿ ਬਗਾਨੇ ਸੱਭਿਆਚਾਰ ਨੂੰ ਸਮਝਣਾ ਕਿੰਨਾ ਔਖਾ ਹੁੰਦਾ ਹੈ। ਬਾਅਦ ਵਿੱਚ ਜਾ ਕੇ ਸਨਿਆਲ ਵੱਲੋਂ ਸਿੱਖਾਂ ਬਾਰੇ ਪ੍ਰਗਟਾਏ ਇੱਕ ਇਤਰਾਜ਼ ਤੋਂ ਉਪਰੋਕਤ ਸੱਚਾਈ ਦੀ ਅਸਿੱਧੇ ਢੰਗ ਨਾਲ ਪੁਸ਼ਟੀ ਹੁੰਦੀ ਹੈ। ਸਨਿਆਲ ਨੂੰ ਸਿੱਖਾਂ ਵਿਰੁੱਧ ਇਹ ਸ਼ਿਕਾਇਤ ਸੀ ਕਿ ਸਿੱਖ ਲੋਕ ਆਪਣੀ ਅਗਵਾਈ ਹੇਠ ਆਪਣੀ ਕੌਮ ਲਈ ਜਿਹੋ ਜਿਹਾ ਅਸੰਭਵ ਕੰਮ ਸੰਭਵ ਕਰਕੇ ਦਿਖਾ ਸਕਦੇ ਹਨ, ਦੂਸਰੀ ਕੌਮ ਨਾਲ ਮਿਲ ਕੇ ਰਾਸ਼ਟਰੀ ਅੰਦੋਲਨ ਵਿੱਚ ਉਸ ਭਾਵਨਾ ਨਾਲ ਅਜਿਹਾ ਨਹੀਂ ਕਰਦੇ। ਸਨਿਆਲ ਦੇ ਇੱਕ ਹੋਰ ਕਥਨ ਤੋਂ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਦੂਸਰੀ ਕੌਮ ਨਾਲ ਮਿਲ ਕੇ ਕੰਮ ਕਰਨ ਵਿੱਚ ਉਹ ਸਵਾਦ ਨਹੀਂ ਆਉਂਦਾ ਜੋ ਆਪਣੀ ਕੌਮ ਵਿੱਚ ਕੰਮ ਕਰਕੇ ਆਉਂਦਾ ਹੈ। ਜਨਵਰੀ 1915 ਵਿੱਚ ਪੰਜਾਬ ਅੰਦਰ ਇੱਕ ਹਫ਼ਤਾ ਬਿਤਾਉਣ ਤੋਂ ਬਾਅਦ ਜਦੋਂ ਉਹ ਵਾਪਸ ਕਾਸ਼ੀ ਪਹੁੰਚਿਆ ਤਾਂ ਉਸਨੇ ਉਸ ਵੇਲੇ ਦੇ ਮਨੋਭਾਵਾਂ ਦਾ ਪ੍ਰਗਟਾਵਾ ਇੰਜ ਕੀਤਾ। ਇਸ ਵਾਰ ਪੰਜਾਬ ਤੋਂ ਨਵਾਂ ਉਤਸ਼ਾਹ ਲੈ ਕੇ ਵਾਪਸ ਆਉਣ 'ਤੇ ਵੀ ਮੈਨੂੰ ਇੰਜ ਲੱਗਾ ਜਿਵੇਂ ਹੁਣ ਤੱਕ ਮੈਂ ਬਹੁਤ ਅਨਾਚਾਰ ਅਤੇ ਬੇਨਿਯਮਾਂ ਵਿੱਚ ਸੀ। ਮੈਂ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਮੁਕਾਬਲੇ ਕਾਸ਼ੀ ਕਿੰਨੀ ਸੋਹਣੀ ਅਤੇ ਪਵਿੱਤਰ ਲੱਗੀ। ਮੈਂ ਨਹੀਂ ਕਹਿ ਸਕਦਾ ਕਿ ਅਜਿਹਾ ਕਿਉਂ ਹੋਇਆ, ਪਰ ਇਸ ਵਾਰ ਕਾਸ਼ੀ ਦੇ ਜਿਹੜੇ ਨਿੱਘੇ ਰੂਪ ਦਾ ਅਨੁਭਵ ਮੈਨੂੰ ਹੋਇਆ, ਉਹਦਾ ਅਨੁਭਵ ਕਾਸ਼ੀ ਵਿੱਚ ਚਿਰਾਂ ਤੋਂ ਰਹਿਣ ਤੇ ਬਾਅਦ ਵੀ ਨਹੀਂ ਸੀ ਹੋਇਆ। ਸਰੀਰ ਵਿੱਚ ਕਾਸ਼ੀ ਦੀ ਹਵਾ ਲੱਗਦੇ ਹੀ ਇੰਜ ਮਹਿਸੂਸ ਹੋਇਆ ਕਿ ਬਹੁਤ ਦਿਨਾਂ ਦੀ ਅਪਵਿੱਤਰ ਦੇਹ ਸ਼ੁੱਧ ਹੋ ਗਈ ਏ। ਕਾਸ਼ੀ ਵਿੱਚ ਸਿਰਫ ਇੱਕ ਦਿਨ ਰਹਿਣ ਤੇ ਹੀ ਏਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਬਹੁਤ ਦਿਨਾਂ ਤੋਂ ਦਿਲ ਵਿੱਚ ਪਲ ਰਹੀ ਇੱਕ ਪਛਤਾਵੇ ਦੀ ਭਾਵਨਾ ਦੂਰ ਹੋ ਗਈ ਏ। ਕ੍ਰਾਂਤੀ ਦੀ ਤਿਆਰੀ ਵਿਅਰਥ ਹੋ ਜਾਣ ਅਤੇ ਰਾਸ ਬਿਹਾਰੀ ਜਦੋਂ ਕਾਸ਼ੀ ਵਾਪਸ ਆਏ ਤਾਂ ਉਹਨਾਂ ਦੇ ਮਨ ਵਿੱਚ ਵੀ ਬਿਲਕੁਲ ਅਜਿਹਾ ਹੀ ਭਾਵ ਸੀ। ਸੋ ਅਸੀਂ ਵੇਖ ਸਕਦੇ ਹਾਂ ਕਿ ਬੰਗਾਲ ਦੇ ਕ੍ਰਾਂਤੀਕਾਰੀਆਂ ਪ੍ਰਤੀ ਸ਼ਰਧਾ ਦੇ ਭਾਵਾਂ ਨੇ ਪੰਜਾਬ ਦੇ ਵਿਦਵਾਨਾਂ ਨੂੰ ਕਿੰਨਾ ਅੰਨਾ ਕਰ ਦਿੱਤਾ ਹੈ। ਉਹਨਾਂ ਨੇ ਆਪਣੀਆਂ ਲਿਖਤਾਂ ਅੰਦਰ ਬੰਗਾਲ ਦੇ ਕ੍ਰਾਂਤੀਕਾਰੀਆਂ ਦੀ ਅਜਿਹੀ ਠੁੱਕ ਬੰਨ੍ਹੀ ਹੈ ਕਿ ਇਹਨਾਂ ਦੇ ਦੋਸ਼ਾਂ ਬਾਰੇ ਗੱਲ ਕਰਨੀ ਗੁਨਾਹ ਸਮਝਿਆ ਜਾਣ ਲੱਗ ਪਿਆ ਹੈ। ਇਸ ਦਾ ਸਭ ਨਾਲੋਂ ਵੱਡਾ ਵਿਚਾਰਧਾਰਕ ਨੁਕਸਾਨ ਇਹ ਹੋਇਆ ਹੈ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਬੌਧਿਕ ਵਰਗ ਸਗੋਂ ਆਮ ਲੋਕਾਂ ਦੇ ਜ਼ਿਹਨ ਅੰਦਰ ਵੀ ਅਖੰਡ ਭਾਰਤ ਦੀ ਧਾਰਨਾ ਡੂੰਘੀਆਂ ਜੜ੍ਹਾਂ ਫੜ ਗਈ ਹੈ। ਇਸ ਨਾਲ ਨਾ ਕੇਵਲ ਸਿੱਖ ਕੌਮ ਦੀ ਆਜ਼ਾਦੀ ਦੇ ਰਾਹਾਂ ਦੀਆਂ ਔਂਕੜਾਂ ਵੱਧ ਗਈਆਂ ਹਨ, ਬਲਕਿ ਪੰਜਾਬ ਦੇ ਸੁਤੰਤਰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵੀ ਗ੍ਰਹਿਣ ਲੱਗ ਗਿਆ ਹੈ। ਇਸ ਵਿਚਾਰਧਾਰਕ ਦੁਰਾਚਾਰ ਲਈ 3 ਤਰ੍ਹਾਂ ਦੇ ਲੋਕ ਦੋਸ਼ੀ ਮੰਨੇ ਜਾ ਸਕਦੇ ਹਨ। ਨੰਬਰ 1, ਆਰੀਆ ਸਮਾਜੀ ਮਾਨਸਿਕਤਾ ਵਾਲੇ ਵਿਦਵਾਨਾਂ ਅਤੇ ਲੇਖਕਾਂ ਨੇ ਇਹ ਬੌਧਿਕ ਅਨਾਚਾਰ ਆਪਣੀ ਵਿਚਾਰਧਾਰਕ ਨਿਸ਼ਠਾ ਵਿੱਚੋਂ ਸੁਚੇਤ ਰੂਪ ਵਿੱਚ ਕੀਤਾ ਹੈ। ਨੰਬਰ 2, ਵਿਚਾਰਧਾਰਕ ਨਿਰਪੱਖਤਾ ਦੇ ਮੁਦਈ ਕੁਝ ਭਲੇ ਮਾਨਸ ਬੁੱਧੀਜੀਵੀਆਂ ਨੇ ਅਜਿਹਾ ਦੇਸ਼ ਭਗਤੀ ਦੇ ਅੰਨੇ ਜਜ਼ਬੇ ਹੇਠਾਂ ਵਿਚਾਰਧਾਰਕ ਅਗਿਆਨਤਾ ਜਾਂ ਅਣਜਾਣਤਾ ਵਿੱਚੋਂ ਕੀਤਾ ਹੈ। ਨੰਬਰ 3, ਖੱਬੇ ਪੱਖੀ ਵਿਚਾਰਧਾਰਾ ਦੇ ਮੁਰੀਦ ਨੇ ਇਹ ਸਿਧਾਂਤਕ ਪਾਪ ਮੁੱਖ ਰੂਪ ਵਿੱਚ ਸਿੱਖ ਧਰਮ ਅਤੇ ਸਿੱਖ ਕੌਮ ਪ੍ਰਤੀ ਅੰਨੇ ਵਿਰੋਧ ਅਤੇ ਤੰਗ ਨਜ਼ਰੀ ਦੇ ਰੋਗੀ ਜਜ਼ਬੇ ਵਿੱਚੋਂ। ਭਾਗ 11ਵਾਂ, ਹਿਰਾਸਤ, ਮੁਕੱਦਮਾ ਅਤੇ ਸ਼ਹਾਦਤ। ਭਾਈ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸੰਘਿਆ ਅਤੇ ਹਰਨਾਮ ਸਿੰਘ ਕੋਟਲਾ ਲਾਇਲਪੁਰ ਤੋਂ ਰੇਲ ਗੱਡੀ ਤੇ ਪਿਸ਼ਾਵਰ ਚਲੇ ਗਏ ਅਤੇ ਉੱਥੋਂ ਪਠਾਣੀ ਭੇਸ ਵਿੱਚ ਪੈਦਲ ਅਫਗਾਨਿਸਤਾਨ ਦੀ ਦਿਸ਼ਾ ਵੱਲ ਚੱਲ ਪਏ। ਤੁਰਦੇ ਤੁਰਦੇ ਉਹ ਅਫਗਾਨਿਸਤਾਨ ਦੀ ਸਰਹੱਦ ਦੇ ਲਾਗੇ ਮਿਚਨੀ ਨਾਂ ਦੇ ਪਿੰਡ ਨੇੜੇ ਪਹੁੰਚ ਗਏ। ਰਸਤੇ ਵਿੱਚ ਉਹਨਾਂ ਨੇ ਅਖਬਾਰਾਂ ਵਿੱਚੋਂ ਇਹ ਖਬਰ ਪੜ੍ਹ ਲਈ ਸੀ ਕਿ ਕਾਬਲ ਦੀ ਹਕੂਮਤ ਨੇ ਲਾਹੌਰ ਤੋਂ ਨੱਠ ਕੇ
ਗਏ ਮੁਸਲਿਮ ਵਿਦਿਆਰਥੀਆਂ ਨੂੰ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਕਹਿਣ ਤੇ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ। ਉਹਨਾਂ ਦੇ ਮਨ ਵਿੱਚ ਆਈ ਕਿ ਜੇਕਰ ਇਹਨਾਂ ਵਿਦਿਆਰਥੀਆਂ ਨਾਲ ਕਾਬਲ ਸਰਕਾਰ ਨੇ ਇਹ ਸਲੂਕ ਕੀਤਾ ਹੈ ਤਾਂ ਅੰਗਰੇਜ਼ੀ ਰਾਜ ਦੇ ਬਾਗੀਆਂ ਨੂੰ ਉਹ ਕਿਸ ਤਰ੍ਹਾਂ ਪਨਾਹ ਦੇ ਸਕਦੀ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਿਆਂ ਉਹ ਦਮ ਲੈਣ ਲਈ ਇੱਕ ਨਦੀ ਦੇ ਕਿਨਾਰੇ ਬਹਿ ਗਏ। ਸਬੱਬੀ ਭਾਈ ਕਰਤਾਰ ਸਿੰਘ ਸਰਾਭਾ ਜਾਂ ਹਰਨਾਮ ਸਿੰਘ ਕੋਟਲਾ ਚੋਂ ਇੱਕ ਜਾਣਾ ਗਦਰ ਦੀ ਗੂੰਜ ਵਿੱਚੋਂ ਹੇਠ ਲਿਖੀ ਕਵਿਤਾ ਗਾਉਣ ਲੱਗ ਪਿਆ। ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਲੜਨਾ, ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿੰਘ ਜੇ ਕਹਾਉਣਾ ਸੀਸ ਧਰੋ ਹੱਥ ਜੀ, ਪਹਿਨ ਹਥਿਆਰ ਖੜੇ ਹੋਵੋ ਸੱਥ ਜੀ, ਜਾਣ ਜਾਵੇ ਆਣ ਨੂੰ ਨਾ ਜਾਣੋ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਉਹਨਾਂ ਦੀ ਉਸ ਵੇਲੇ ਜਿਹੋ ਜਿਹੀ ਮਨੋਵਿਵਸਥਾ ਬਣੀ ਹੋਈ ਸੀ, ਉਸ ਵਿੱਚ ਕਵਿਤਾ ਦੀਆਂ ਇਹਨਾਂ ਸਤਰਾਂ ਨੇ ਉਹਨਾਂ ਨੂੰ ਇੱਕਦਮ ਝੰਜੋੜ ਕੇ ਰੱਖ ਦਿੱਤਾ ਸੀ। ਉਹਨਾਂ ਤਿੰਨਾਂ ਦੀਆਂ ਆਪ ਮੁਹਾਰੇ ਆਪਸ ਵਿੱਚ ਨਜ਼ਰਾਂ ਮਿਲ ਗਈਆਂ। ਕਿਸੇ ਨੂੰ ਵੀ ਮੂੰਹੋਂ ਬੋਲਣ ਦੀ ਲੋੜ ਨਹੀਂ ਪਈ ਸੀ। ਉਹਨਾਂ ਦੀਆਂ ਸਿਮਰਤੀਆਂ ਅੰਦਰ ਇੱਕਦਮ ਸਿੱਖ ਇਤਿਹਾਸ ਸਰਜੀਤ ਹੋ ਉੱਠਿਆ ਸੀ। ਉਹਨਾਂ ਨੂੰ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਦੀ ਜੂਹ ਅੰਦਰ ਸੀਸ ਤਲੀ ਉੱਤੇ ਰੱਖ ਕੇ ਲੜ ਰਿਹਾ ਅਤੇ ਦੁਸ਼ਮਣ ਨੂੰ ਲਲਕਾਰ ਰਿਹਾ ਬਾਬਾ ਦੀਪ ਸਿੰਘ ਸਾਹਮਣੇ ਦਿਖਾਈ ਦੇਣ ਲੱਗ ਪਿਆ ਸੀ। ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਆਪਣੇ ਪਿਆਰੇ ਸਿੰਘਾਂ ਅਤੇ ਆਪਣੇ ਜਿਗਰ ਦੇ ਟੋਟਿਆਂ ਦੀਆਂ ਮੈਦਾਨ ਵਿੱਚ ਵਿਛੀਆਂ ਪਈਆਂ ਮ੍ਰਿਤਕ ਦੇਹਾਂ ਵਿਚਕਾਰ ਬੋਝ ਕੇ ਕਦਮ ਧਰਦੇ ਮਾਛੀਵਾੜੇ ਦੇ ਜੰਗਲਾਂ ਵੱਲ ਵੱਧਦੇ ਅਤੇ ਥੋੜ੍ਹੇ ਹੀ ਦਿਨਾਂ ਬਾਅਦ ਦੀਨੇ ਵਿਖੇ ਇਲਾਹੀ ਸਿਦਕ ਜਲਾਲ ਵਿੱਚ ਦੇਸੂ ਤਰਖਾਨ ਦੇ ਚੁਬਾਰੇ ਵਿੱਚ ਬੈਠੇ ਹੋਏ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨਜ਼ਰ ਆਏ। ਗਦਰੀ ਯੋਧਿਆਂ ਨੇ ਬੈਠ ਕੇ ਆਪਸ ਵਿੱਚ ਵਿਚਾਰ ਕੀਤੀ ਕਿ ਅਜੇ ਤਾਂ ਗਿਣਤੀ ਦੇ ਸੰਗਰਾਮੀਏ ਹੀ ਗ੍ਰਿਫਤਾਰ ਹੋਏ ਹਨ। ਉਹਨਾਂ ਨਾਲ ਵਿਦੇਸ਼ਾਂ ਤੋਂ ਮੁੜੇ ਅਨੇਕਾਂ ਗਦਰੀ ਸੂਰਬੀਰ ਅਜੇ ਪੁਲਿਸ ਤੋਂ ਬਚੇ ਹੋਏ ਹਨ ਅਤੇ ਪਿੰਡਾਂ ਅਤੇ ਫੌਜਾਂ ਅੰਦਰ ਉਹਨਾਂ ਦੇ ਸੈਂਕੜੇ ਹਜ਼ਾਰਾਂ ਹਿਮਾਇਤੀ ਅਤੇ ਹਮਦਰਦ ਦਿਲਾਂ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਅਰਮਾਨ ਲੈ ਕੇ ਬੈਠੇ ਹੋਏ ਹਨ। ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਲਵਾਰਿਸ ਛੱਡ ਕੇ ਤੁਰ ਜਾਣਾ ਇਨਕਲਾਬੀ ਧਰਮ ਨਹੀਂ ਹੈ। ਇਹ ਸੋਚ ਕੇ ਉਹਨਾਂ ਨੇ ਅਗਾਹ ਜਾਣ ਦਾ ਵਿਚਾਰ ਛੱਡ ਦਿੱਤਾ ਅਤੇ ਜੈਨੀ ਪੈਰੀ ਆਏ ਸਨ ਉਨੀ ਪੈਰੀ ਵਾਪਸ ਚੱਲ ਪਏ। ਚਲਦੇ ਚਲਾਉਂਦੇ ਉਹ 2 ਮਾਰਚ ਨੂੰ ਸਰਗੋਧਾ ਜ਼ਿਲ੍ਹੇ ਦੇ ਚੱਕ ਨੰਬਰ 5 ਵਿੱਚ ਭਾਈ ਜਗਤ ਸਿੰਘ ਦੇ ਇੱਕ ਜਾਣੂ ਦੇ ਘਰ ਪਹੁੰਚ ਗਏ। ਇੱਥੇ ਵਿਲਸਨਪੁਰਾ ਫਾਰਮ ਤੇ ਫੌਜ ਦੇ 22 ਨੰਬਰ ਰਸਾਲੇ ਵਾਸਤੇ ਘੋੜੇ ਪਾਲੇ ਜਾਂਦੇ ਸਨ। ਖੁੱਲ੍ਹੇ ਡੁੱਲੇ ਮੈਦਾਨਾਂ ਅੰਦਰ ਘੋੜਿਆਂ ਦੀਆਂ ਦੌੜਾਂ ਲਗਾਈਆਂ ਜਾਂਦੀਆਂ ਸਨ ਅਤੇ ਜਵਾਨਾਂ ਨੂੰ ਘੋੜ ਸਵਾਰੀ ਦਾ ਅਭਿਆਸ ਕਰਾਇਆ ਜਾਂਦਾ ਸੀ। ਜਗਤ ਸਿੰਘ ਨੇ ਕੁਝ ਸਾਲ ਪਹਿਲਾਂ ਇਸੇ ਰਸਾਲੇ ਵਿੱਚ ਨੌਕਰੀ ਕੀਤੀ ਸੀ। ਉਸ ਦਾ ਉਸ ਵੇਲੇ ਦਾ ਇੱਕ ਮਿੱਤਰ ਰਜਿੰਦਰ ਸਿੰਘ ਪਿੰਨਛਣੀਆਂ ਇੱਥੇ ਰਹਿੰਦਾ ਸੀ। ਭਾਈ ਜਗਤ ਸਿੰਘ ਦਾ ਪਹਿਲਾਂ ਵੀ ਉਸ ਕੋਲ ਆਉਣ ਜਾਣ ਸੀ। ਉਹ 3 ਕੁ ਹਫ਼ਤੇ ਪਹਿਲਾਂ 10 ਫਰਵਰੀ ਨੂੰ ਰਜਿੰਦਰ ਸਿੰਘ ਕੋਲ ਆਇਆ ਸੀ ਅਤੇ ਕੁਝ ਸਿਪਾਹੀਆਂ ਨਾਲ ਬੈਠ ਕੇ ਬਗਾਵਤ ਬਾਰੇ ਵਿਚਾਰਾਂ ਕੀਤੀਆਂ ਸਨ। ਉਸ ਦਿਨ ਰਜਿੰਦਰ ਸਿੰਘ ਨੇ ਜਗਤ ਸਿੰਘ ਨਾਲ ਬੰਦੂਕਾਂ ਦੇਣ ਦਾ ਵਾਅਦਾ ਕੀਤਾ ਸੀ। ਉਹ ਇਹਨਾਂ ਬੰਦੂਕਾਂ ਦੀ ਝਾਕ ਵਿੱਚ ਹੀ ਇੱਥੇ ਆਏ ਸਨ। ਰਜਿੰਦਰ ਸਿੰਘ ਨੇ 21 ਫਰਵਰੀ ਨੂੰ ਲਾਇਲਪੁਰ ਵਿਖੇ ਸੈਵਣ ਹੀ ਗੱਲਾਂ ਕਰਦਿਆਂ ਜਗਤ ਸਿੰਘ ਨਾਲ ਹੋਈ ਗੱਲ ਰਸਾਲਦਾਰ ਗੰਡਾ ਸਿੰਘ ਨਾਲ ਸਾਂਝੀ ਕਰ ਲਈ ਸੀ। ਰਸਾਲਦਾਰ ਦਿਲ ਦਾ ਕਾਲਾ ਸੀ। ਉਸਨੇ ਉਸੇ ਦਿਨ ਇਹ ਗੱਲ ਆਪਣੇ ਕਮਾਂਡਿੰਗ ਅਫਸਰ ਨੂੰ ਜਾ ਦੱਸੀ ਅਤੇ 28 ਫਰਵਰੀ ਨੂੰ ਸਰਗੋਧਾ ਦੇ SP ਕੋਲ ਵੀ ਚੁਗਲੀ ਕਰ ਦਿੱਤੀ। ਇਸ ਤਰ੍ਹਾਂ ਜਿਉਂ ਹੀ ਭਾਈ ਜਗਤ ਸਿੰਘ ਅਤੇ ਉਸਦੇ ਸਾਥੀ 2 ਮਾਰਚ ਨੂੰ ਰਜਿੰਦਰ ਸਿੰਘ ਕੋਲ ਪਹੁੰਚੇ, ਰਸਾਲਦਾਰ ਨੇ ਉਸੇ ਵੇਲੇ ਨੇੜੇ ਪੈਂਦੇ ਬੁੱਲੋਵਾਲ ਦੇ ਥਾਣੇ ਜਾ ਕੇ ਪੁਲਿਸ ਨੂੰ ਗਦਰੀਆਂ ਦੇ ਆਉਣ ਦੀ ਸੂਹ ਦੇ ਦਿੱਤੀ। ਇੰਸਪੈਕਟਰ ਅਹਿਮਦ ਖਾਂ ਅਤੇ ਥਾਣੇਦਾਰ ਸਦਰਦੀਨ ਨੇ ਉਸੇ ਵੇਲੇ ਪੁਲਿਸ ਪਾਰਟੀ ਲੈ ਕੇ ਰਜਿੰਦਰ ਸਿੰਘ ਦੇ ਘਰ ਛਾਪਾ ਜਾ ਮਾਰਿਆ।
ਉਸ ਵੇਲੇ ਭਾਈ ਕਰਤਾਰ ਸਿੰਘ ਸਰਾਭਾ ਰਜਿੰਦਰ ਸਿੰਘ ਦੇ ਘਰ ਦੇ ਵਿਹੜੇ ਵਿੱਚ ਆਪਣੀ ਮੌਜ ਵਿੱਚ ਮੰਜੇ ਉੱਤੇ ਬੈਠਾ ਆਲੇ ਦੁਆਲੇ ਜੁੜੇ ਲੋਕਾਂ ਨੂੰ ਗਦਰ ਦੀ ਗੂੰਜ ਵਿੱਚੋਂ ਕਵਿਤਾ ਗਾ ਕੇ ਸੁਣਾ ਰਿਹਾ ਸੀ। ਉਸ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਪੁਲਿਸ ਨੇ ਅਚਾਨਕ ਉਸ ਨੂੰ ਘੇਰਾ ਪਾ ਲਿਆ। ਪੁਲਿਸ ਪੂਰੀ ਤਿਆਰੀ ਵਿੱਚ ਆਈ ਸੀ, ਇਸ ਕਰਕੇ ਫੁਰਤੀ ਨਾਲ ਤਿੰਨਾਂ ਗਦਰੀ ਸੂਰਮਿਆਂ ਨੂੰ ਗ੍ਰਿਫਤਾਰ ਕਰ ਲਿਆ ਨੇ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੂੰ ਅੰਗਰੇਜ਼ ਸਰਕਾਰ ਵਿਰੁੱਧ ਉੱਠ ਖੜੇ ਹੋਣ ਲਈ ਉੱਚੀ ਉੱਚੀ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਪਰ ਪੁਲਿਸ ਉਹਨਾਂ ਨੂੰ ਉਸੇ ਵੇਲੇ ਬੁੱਲੋਵਾਲ ਦੇ ਥਾਣੇ ਵਿੱਚ ਲੈ ਗਈ। ਤੁਰੰਤ ਉੱਪਰਲੇ ਅਫਸਰਾਂ ਨੂੰ ਤਾਰ ਭੇਜ ਕੇ ਵੱਡੇ ਸ਼ਿਕਾਰ ਫੜ ਲੈਣ ਦੀ ਖੁਸ਼ਖਬਰੀ ਦੇ ਦਿੱਤੀ। ਇੱਕ ਰਾਤ ਬੁੱਲੋਵਾਲ ਦੇ ਥਾਣੇ ਵਿੱਚ ਰੱਖਣ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਸਰਗੋਦਾ ਤੋਂ ਰੇਲ ਗੱਡੀ ਵਿੱਚ ਲਾਹੌਰ ਲਿਜਾਇਆ ਗਿਆ। ਪੰਜਾਬ CID ਦਾ ਉੱਚ ਦਰਜੇ ਦਾ ਅਫਸਰ DIG ਟੌਮਕਿਨ ਉਹਨਾਂ ਨੂੰ ਲੈਣ ਲਈ ਆਪ ਰੇਲਵੇ ਸਟੇਸ਼ਨ ਤੇ ਗਿਆ। ਸਟੇਸ਼ਨ ਤੋਂ ਉਹਨਾਂ ਨੂੰ ਸਿੱਧਾ ਨੌਲੱਖੇ ਥਾਣੇ ਵਿੱਚ ਲਿਜਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਉਸ ਵੇਲੇ ਅੱਧੀ ਰਾਤ ਲੰਘ ਗਈ ਸੀ ਅਤੇ ਮਾਰਚ ਦੀ 4 ਤਰੀਕ ਹੋ ਗਈ ਸੀ। ਪੁਲਿਸ ਮੁਲਾਜ਼ਮਾਂ ਨੂੰ ਥਾਣੇ ਵਿੱਚ ਨਵੇਂ ਆਉਣ ਵਾਲੇ ਮੁਜਲਮ ਦੀ ਹੈਸੀਅਤ ਦਾ ਝੱਟ ਅੰਦਾਜ਼ਾ ਹੋ ਜਾਂਦਾ ਹੈ। ਉਸ ਨੂੰ ਲੈ ਕੇ ਆਉਣ ਦੀ ਢੰਗ ਪ੍ਰਣਾਲੀ ਅਤੇ ਪੁਲਿਸ ਪਾਰਟੀ ਦੀ ਨਫਰੀ ਅਤੇ ਇਸ ਦੀ ਅਗਵਾਈ ਕਰਦੇ ਅਫਸਰ ਦੇ ਦਰਜੇ ਤੋਂ ਮੁਲਾਜ਼ਮ ਝੱਟ ਪਛਾਣ ਲੈਂਦੇ ਹਨ ਕਿ ਮੁਲਜ਼ਮ ਕਿੰਨਾ ਕੁ ਖਤਰਨਾਕ ਹੈ। ਜਿਸ ਵੇਲੇ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਸਦੇ 2 ਸਾਥੀਆਂ ਨੂੰ ਲਾਹੌਰ ਦੇ ਨੌਲੱਖੇ ਥਾਣੇ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਵੇਲੇ ਭਾਈ ਪਰਮਾਨੰਦ ਲਾਹੌਰ ਵੀ ਉਸੇ ਥਾਣੇ ਵਿੱਚ ਰੱਖਿਆ ਹੋਇਆ ਸੀ। ਉਸ ਨੂੰ ਪੁਲਿਸ ਨੇ ਥੋੜੇ ਹੀ ਦਿਨ ਪਹਿਲਾਂ 25 ਫਰਵਰੀ ਨੂੰ ਘਰੋਂ ਗ੍ਰਿਫਤਾਰ ਕੀਤਾ ਸੀ। ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਵਿੱਚ ਉਸ ਰਾਤ ਦਾ ਨਜ਼ਾਰਾ ਇਸ ਤਰ੍ਹਾਂ ਬਿਆਨ ਕੀਤਾ ਹੈ। ਰਾਤ ਨੂੰ ਥਾਣੇ ਵਿੱਚ ਬੜਾ ਤਰਥੱਲ ਮੱਚ ਗਿਆ ਸੀ। ਰੇਲਵੇ ਸਟੇਸ਼ਨ ਤੋਂ 3 ਆਦਮੀ ਗ੍ਰਿਫਤਾਰ ਕਰਕੇ ਥਾਣੇ ਵਿੱਚ ਲਿਆਂਦੇ ਗਏ ਸਨ। ਅੰਗਰੇਜ਼ ਪੁਲਿਸ ਅਫਸਰ ਉਹਨਾਂ ਦੇ ਨਾਲ ਸੀ। ਥਾਣੇ ਦੇ ਸਿਪਾਹੀ ਗੱਲਾਂ ਕਰ ਰਹੇ ਸਨ। ਡਿਪਟੀ ਇੰਸਪੈਕਟਰ ਜਨਰਲ ਟੌਮਕਿਨ ਆਪ ਉੱਥੇ ਹਾਜ਼ਰ ਸੀ। ਬਹੁਤ ਖਤਰਨਾਕ ਆਦਮੀ ਫੜੇ ਗਏ ਹਨ। ਉਹ ਜ਼ਰੂਰ ਹੀ ਖਤਰਨਾਕ ਸਨ ਕਿਉਂਕਿ ਉਹ ਪਹਿਲੀ ਰਾਤ ਸੀ ਜਦੋਂ ਮੈਨੂੰ ਆਪਣੀ ਕੋਠੀ ਵਿੱਚੋਂ ਕੱਢ ਕੇ ਦੂਜੀ ਕੋਠੀ ਵਿੱਚ ਦੂਸਰੇ ਆਦਮੀਆਂ ਨਾਲ ਰੱਖਿਆ ਗਿਆ ਸੀ ਅਤੇ ਉਹਨਾਂ ਤਿੰਨਾਂ ਨੂੰ ਮੇਰੇ ਵਾਲੀ ਕੋਠੀ ਵਿੱਚ ਰੱਖਿਆ ਗਿਆ ਸੀ। ਉਹ ਖੁਸ਼ ਸਨ ਅਤੇ ਹੱਸ ਰਹੇ ਸਨ। ਉਹਨਾਂ ਵਿੱਚੋਂ ਇੱਕ ਜਣਾ ਟੌਮਕਿਨ ਨੂੰ ਉਸਦਾ ਨਾਂ ਲੈ ਕੇ ਹੀ ਬੁਲਾਉਂਦਾ ਸੀ। ਉਹ 18 ਸਾਲ ਦਾ ਨੌਜਵਾਨ ਸੀ। ਉਹਨਾਂ ਤਿੰਨਾਂ ਨੂੰ ਹੱਥਕੜੀਆਂ ਤੋਂ ਇਲਾਵਾ ਪੈਰਾਂ ਦੀਆਂ ਵੱਡੀਆਂ ਵੱਡੀਆਂ ਜੰਜੀਰਾਂ ਪਾ ਕੇ ਦਰਵਾਜ਼ੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅੱਧੀ ਰਾਤ ਲੰਘ ਗਈ ਸੀ। ਸਾਰੇ ਲੋਕ ਸੁੱਤੇ ਹੋਏ ਸਨ। ਪਹਿਰੇਦਾਰ ਵੀ ਆਰਾਮ ਕਰਨ ਲਈ ਬੈਠ ਗਏ। ਮੈਂ ਉੱਠ ਕੇ ਵੇਖਿਆ ਤਾਂ ਉਹਨਾਂ ਵਿੱਚੋਂ ਇੱਕ ਕਰਤਾਰ ਸਿੰਘ ਸੀ। ਮੈਂ ਇੱਕ ਵਾਰ ਉਸ ਨੂੰ ਅਮਰੀਕਾ ਵਿੱਚ ਵੇਖਿਆ ਸੀ। ਲਾਹੌਰ ਸਟੇਸ਼ਨ ਤੋਂ ਜਦ ਕਰਤਾਰ ਸਿੰਘ ਨੂੰ ਥਾਣੇ ਲਿਜਾਇਆ ਜਾ ਰਿਹਾ ਸੀ ਤਾਂ ਪੈਰ ਹੱਥ ਜੰਜੀਰਾਂ ਵਿੱਚ ਜਕੜੇ ਹੋਣ ਦੇ ਬਾਵਜੂਦ ਉਸਨੇ ਕਿਹਾ, ਮਿਸਟਰ ਟੌਮਕਿਨ, ਕੁਛ ਖਾਣ ਲਈ ਹੈ ਤਾਂ ਲਿਆ ਦੇ, ਭੁੱਖ ਲੱਗੀ ਹੈ। ਜੇਲ੍ਹ ਦੇ ਸੁਪਰੀਡੈਂਟ ਨੂੰ ਵੀ ਉਹ ਇਸੇ ਹੀ ਤਰ੍ਹਾਂ ਨਿਡਰ ਹੋ ਕੇ ਸਾਰੀ ਗੱਲ ਕਹਿ ਦਿੰਦਾ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੂੰ 1923 ਵਿੱਚ ਲਾਹੌਰ ਜੇਲ੍ਹ ਅੰਦਰ ਉਸੇ ਕੋਠੜੀ ਵਿੱਚ ਬੰਦ ਕੀਤਾ ਗਿਆ ਸੀ ਜਿੱਥੇ 8 ਸਾਲ ਪਹਿਲਾਂ ਸਰਾਭੇ ਨੂੰ ਰੱਖਿਆ ਗਿਆ ਸੀ। ਉੱਥੇ ਪੁਰਾਣੇ ਕੈਦੀਆਂ ਨੇ ਉਸ ਨੂੰ ਸਰਾਭੇ ਦੇ ਜੇਲ੍ਹ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਬਾਅਦ ਵਿੱਚ ਮੁਸਾਫਿਰ ਜੀ ਨੇ ਉਹ ਗੱਲਾਂ ਚਿਤਾਰਦਿਆਂ ਲਿਖਿਆ। ਇੱਕ ਬੁੱਢੇ ਪਠਾਨ ਕੈਦੀ ਨੇ ਮੈਨੂੰ ਗੱਲ ਸੁਣਾਈ ਕਿ ਇੱਕ ਵਾਰ ਕਰਤਾਰ ਸਿੰਘ ਨੇ ਕਿਸੇ ਗੱਲੋਂ ਜੇਲ੍ਹ ਵਾਲਿਆਂ ਨਾਲ ਨਾਰਾਜ਼ ਹੋ ਕੇ ਇਸੇ ਕੋਠੀ ਵਿੱਚ ਰੋਟੀ ਖਾਣੀ ਛੱਡ ਦਿੱਤੀ। ਕਰਤਾਰ ਸਿੰਘ ਇੰਨਾ ਜੋਸ਼ੀਲਾ ਜਵਾਨ ਸੀ ਕਿ ਭੁੱਖ ਹੜਤਾਲ ਨੇ ਉਸ ਦੇ ਜੋਸ਼ ਖਰੋਸ਼ ਵਿੱਚ ਫਰਕ ਨਾ ਆਉਣ ਦਿੱਤਾ। ਜਦ ਵੀ ਜੇਲ੍ਹ ਦਾ ਸਾਹਿਬ ਉਸ ਦੀ ਕੋਠੀ ਅੱਗੇ ਆਵੇ ਉਹ ਦਮਗਜੇ ਨਾਲ ਗੱਲ ਕਰਦਾ। ਕੋਈ 6ਵੇਂ ਦਿਨ ਸਾਹਿਬ ਨੇ ਤਾਨਾ ਮਾਰਿਆ ਕਿ ਜਿਸ ਬੰਦੇ ਨੇ 6 ਦਿਨ ਰੋਟੀ ਨਾ ਖਾਧੀ ਹੋਵੇ ਉਸ ਦਾ ਦਮਖਮ ਇਸ ਤਰ੍ਹਾਂ ਕਾਇਮ ਨਹੀਂ ਰਹਿੰਦਾ। ਕਰਤਾਰ ਸਿੰਘ ਨੇ ਸਾਹਿਬ ਦੀ ਗੱਲ ਸੁਣ ਕੇ 6 ਦਿਨਾਂ ਦੀਆਂ 24 ਰੋਟੀਆਂ 3 ਚਵਾ ਥੱਬੀਆਂ ਵਿੱਚ ਚੁੱਕ ਕੇ ਸਾਹਿਬ ਦੇ ਮੂੰਹ ਤੇ ਮਾਰ ਦਿੱਤੀਆਂ। ਬੁੱਢਾ ਪਠਾਨ ਜਦ ਗੱਲ ਸੁਣਾਉਂਦਾ ਸੀ ਤਾਂ ਉਸ ਦਾ ਚਿਹਰਾ ਲਾਲ ਹੁੰਦਾ ਜਾਂਦਾ ਸੀ। ਇਸ ਪਠਾਨ ਨੇ ਮੈਨੂੰ ਮਥੁਰਾ ਅਤੇ ਹੋਰ ਫਾਂਸੀ ਚੜ੍ਹਨ ਵਾਲਿਆਂ ਦੀਆਂ ਵੀ ਬਹੁਤ ਗੱਲਾਂ ਸੁਣਾਈਆਂ। ਕਿਸੇ ਹਾਲਤ ਵਿੱਚ ਵੀ ਕਰਤਾਰ ਸਿੰਘ ਸਰਾਭਾ ਦੇ ਜੋਸ਼ ਵਿੱਚ ਕਮੀ ਨਹੀਂ ਆਈ। ਵੈਸੇ ਉਹ ਹਰ ਵੇਲੇ ਪ੍ਰਸੰਨ ਰਹਿਣ ਵਾਲਾ ਨੌਜਵਾਨ ਸੀ।
गिरफ्तार होण वेले ਉਹ पुलिस कप्तान टॉमकिन नाल मखौल करदा सी ਅਤੇ ਕਹਿੰਦਾ ਸੀ, ਹੁਣ ਸਾਡੀ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਹੈ, ਸਾਨੂੰ ਕੁਝ ਖਿਲਾ ਪਿਲਾ। ਸਰਾਭੇ ਦੇ ਜੀਵਨ ਦੀ ਇਹ ਗੱਲ ਸੁਣ ਕੇ ਮੈਨੂੰ ਭਾਈ ਵੀਰ ਸਿੰਘ ਦਾ ਇੱਕ ਬੜਾ ਢੁਕਵਾਂ ਬੰਦ ਚੇਤੇ ਆਇਆ। ਹੋਵਾਂ ਕੈਦੀ ਪਿੰਜਰੇ ਤੇਰੇ, ਪਿੰਜਰਾ ਤੂੰ ਨਿਜ ਹੱਥ ਫੜੇ, ਚਾਈ ਫਿਰੇ ਤੂੰ ਕੈਦੀ ਆਪਣਾ, ਕੈਦੀ ਖੁਸ਼ ਹੋ ਹੱਸੇ ਖਿੜੇ। ਫਿਕਰਾਨੇ ਪਏ ਸਯਾਦ ਨੂੰ, ਕੁੱਛੜ ਰਹਿੰਦੇ ਅਸੀਂ ਚੜੇ। ਅਸਫਲਤਾ ਮੂਹਰੇ ਈਨ ਨਹੀਂ ਮੰਨੀ। 19 ਫਰਵਰੀ ਦੀ ਰਾਤ ਨੂੰ ਬਗਾਵਤ ਕਰਨ ਦੀ ਕੋਸ਼ਿਸ਼ ਅਸਫਲ ਹੋ ਜਾਣ ਤੋਂ ਬਾਅਦ ਵੀ ਗਦਰੀ ਸੰਗਰਾਮੀਆਂ ਨੇ ਹਾਰ ਨਹੀਂ ਮੰਨੀ ਸੀ। ਉਹਨਾਂ ਦੇ ਜੇਰੇ ਪਹਾੜਾਂ ਜਿੱਡੇ ਅਤੇ ਇਰਾਦੇ ਚਟਾਨਾਂ ਵਾਂਗ ਮਜ਼ਬੂਤ ਸਨ। ਉਹਨਾਂ ਵਿੱਚੋਂ ਬਹੁਤੇ ਅਗਲੇ ਦਿਨ ਹੀ ਫਿਰ ਲੱਕ ਬੰਨ੍ਹ ਕੇ ਕੰਮ ਵਿੱਚ ਜੁਟ ਗਏ ਸਨ। ਭਾਈ ਪ੍ਰੇਮ ਸਿੰਘ ਤਾਂ 22 ਫਰਵਰੀ ਨੂੰ ਹੀ ਦੁਬਾਰਾ ਮੀਆਂ ਮੀਰ ਛਾਉਣੀ ਵਿੱਚ ਚਲਾ ਗਿਆ ਸੀ ਅਤੇ 23ਵੇਂ ਰਸਾਲੇ ਦੇ ਜਵਾਨਾਂ ਨਾਲ ਅਗਲੀਆਂ ਵਿਉਂਤਾਂ ਬਣਾਉਣ ਲੱਗ ਗਿਆ। ਉਹ ਲਗਭਗ ਇੱਕ ਹਫ਼ਤਾ ਹਰ ਰੋਜ਼ ਨੇਮ ਨਾਲ ਛਾਉਣੀ ਵਿੱਚ ਜਾ ਕੇ ਸਿਪਾਹੀਆਂ ਨਾਲ ਮੀਟਿੰਗਾਂ ਕਰਦਾ ਰਿਹਾ। ਰਸਾਲੇ ਦੇ ਅਫਸਰਾਂ ਨੂੰ ਖਾਣੇ ਦੇ ਸਮੇਂ ਇਕੱਠਿਆਂ ਉੱਤੇ ਬੰਬ ਸੁੱਟ ਕੇ ਮਾਰਨ ਦੀ ਤਜਵੀਜ਼ ਵਿਚਾਰੀ ਗਈ। ਇਸ ਵਾਸਤੇ ਰਸਾਲੇ ਦੀਆਂ ਬੈਰਕਾਂ ਵਿੱਚ ਹੀ ਬੰਬ ਬਣਾਏ ਗਏ ਅਤੇ ਕੋਟ ਲਖਪਤ ਦੀ ਰੇਲਵੇ ਸਟੇਸ਼ਨ ਲਾਗੇ ਇੱਕ ਬੰਬ ਚਲਾ ਕੇ ਟੈਸਟ ਵੀ ਕਰ ਲਿਆ ਗਿਆ ਸੀ, ਪਰ ਕੋਈ ਅੜਿੱਕਾ ਪੈ ਜਾਣ ਕਰਕੇ ਇਹ ਤਜਵੀਜ਼ ਨੇਪਰੇ ਨਾ ਚੜ੍ਹ ਸਕੀ। ਉਸ ਨੇ ਇਸੇ ਦੌਰਾਨ ਕਿਰਪਾਲ ਸਿੰਘ ਨੂੰ ਉਸ ਦੀ ਗਦਾਰੀ ਦੀ ਸਜ਼ਾ ਦੇਣ ਲਈ ਕਈ ਤਰਕੀਬਾਂ ਬਣਾਈਆਂ, ਪਰ ਕਿਰਪਾਲ ਸਿੰਘ ਬਹੁਤਾ ਚੁਕੰਨਾ ਹੋ ਚੁੱਕਾ ਸੀ ਤੇ ਹਰ ਵੇਲੇ ਪੁਲਿਸ ਦੀ ਸੁਰੱਖਿਆ ਵਿੱਚ ਰਹਿੰਦਾ ਸੀ। ਇਸ ਕਰਕੇ ਭਾਈ ਪ੍ਰੇਮ ਸਿੰਘ ਦੇ ਦਿਲ ਦੀ ਇਹ ਤਮੰਨਾ ਪੂਰੀ ਮੁਕੱਦਮੇ ਦੌਰਾਨ ਜਦ ਭਾਈ ਪ੍ਰੇਮ ਸਿੰਘ ਦੇ 19 ਫਰਵਰੀ ਦੀ ਨਿਰਾਸ਼ਾਜਨਕ ਅਸਫਲਤਾ ਤੋਂ ਬਾਅਦ ਵੀ ਮੀਆਂ ਮੀਰ ਛਾਉਣੀ ਅੰਦਰ ਨਿਧੜਕ ਹੋ ਕੇ ਲਗਾਤਾਰ ਆਉਂਦੇ ਜਾਂਦੇ ਰਹਿਣ ਬਾਰੇ ਗਵਾਹੀਆਂ ਹੋਈਆਂ ਤਾਂ ਜੱਜ ਉਸ ਦੀ ਇਸ ਨਿਡਰਤਾ ਤੇ ਹੈਰਾਨ ਰਹਿ ਗਏ ਸਨ। ਗਦਰੀ ਸੰਗਰਾਮੀਆਂ ਨੇ 19 ਫਰਵਰੀ ਦੀ ਕੋਸ਼ਿਸ਼ ਨਾਕਾਮ ਹੋ ਜਾਣ ਤੋਂ ਬਾਅਦ ਉਸੇ ਵੇਲੇ ਅਸਲਾਖਾਨੇ ਲੁੱਟਣ ਅਤੇ ਪੁਲਾਂ ਉੱਤੇ ਤੈਨਾਤ ਗਾਰਦਾਂ ਕੋਲੋਂ ਹਥਿਆਰ ਖੋਹਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਈ ਗਾਦਾ ਸਿੰਘ ਅਤੇ ਭਾਈ ਉੱਤਮ ਸਿੰਘ ਹਾਂਸ ਨੇ 19 ਫਰਵਰੀ ਨੂੰ ਫਿਰੋਜ਼ਪੁਰ ਤੋਂ ਨਿਰਾਸ਼ ਮੁੜਦੇ ਹੋਏ ਅਗਲੇ ਹੀ ਦਿਨ ਦੁਰਾਹੇ ਦੇ ਪੁਲ ਤੋਂ ਗਾਰਦ ਕੋਲੋਂ ਰਾਈਫਲਾਂ ਖੋਹਣ ਦੀ ਪਲਾਨ ਬਣਾ ਲਈ ਸੀ। ਉਹਨਾਂ ਨੇ ਉੱਥੇ ਹੀ ਵਰਕਰਾਂ ਨੂੰ ਅਗਲੀ ਰਾਤ ਦੁਰਾਹੇ ਦੇ ਪੁਲ ਦੇ ਨੇੜੇ ਇਕੱਠੇ ਹੋਣ ਲਈ ਸੁਨੇਹਾ ਦੇ ਦਿੱਤਾ ਸੀ। ਮਿੱਥੇ ਪ੍ਰੋਗਰਾਮ ਅਨੁਸਾਰ ਲਗਭਗ 20 ਗਦਰੀ 21 ਦੀ ਰਾਤ ਨੂੰ ਦੁਰਾਹੇ ਦੇ ਨੇੜੇ ਮਿੱਥੀ ਜਗ੍ਹਾ ਤੇ ਇਕੱਠੇ ਹੋਏ। ਉਹਨਾਂ ਪਾਸ ਬੰਬ ਸਨ ਅਤੇ ਇਹਨਾਂ ਨਾਲ ਹੀ ਗਾਰਦਾਂ ਉੱਤੇ ਹਮਲਾ ਕਰਨ ਦੀ ਵਿਉਂਤ ਸੀ। ਉਸ ਰਾਤ ਉਹਨਾਂ ਨੇ ਪਹਿਲਾਂ ਇੱਕ ਬੰਬ ਚਲਾ ਕੇ ਟੈਸਟ ਵੀ ਕਰ ਲਿਆ ਸੀ। ਉਸ ਰਾਤ ਤਾਂ ਉਹਨਾਂ ਇਲਾਕੇ ਦੀ ਰੈਕੀ ਹੀ ਕੀਤੀ। ਅਗਲੇ ਦਿਨ 22 ਫਰਵਰੀ ਦੀ ਰਾਤ ਨੂੰ ਹਮਲਾ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ 22 ਦੀ ਰਾਤ ਨੂੰ ਜਦ ਪੁਲ ਦੇ ਨੇੜੇ ਜਾ ਕੇ ਵੇਖਿਆ ਤਾਂ ਗਾਰਦ ਰਾਫਲਾਂ ਤਾਣ ਕੇ ਚੁਕੰਨੇ ਹੋਈ ਖੜਾ ਸੀ। 19 ਫਰਵਰੀ ਤੋਂ ਬਾਅਦ ਸਾਰੀਆਂ ਥਾਵਾਂ ਤੇ ਗਾਰਦਾਂ ਦੀ ਨਫਰੀ ਵਿੱਚ ਵੀ ਇਜ਼ਾਫਾ ਕਰ ਦਿੱਤਾ ਗਿਆ ਸੀ। ਅਜਿਹੀ ਹਾਲਤ ਵਿੱਚ ਬੰਬਾਂ ਨਾਲ ਹਮਲਾ ਕਰਨ ਦੀ ਵਿਉਂਤ ਕਮਜ਼ੋਰ ਨਜ਼ਰ ਆਈ। ਇਸ ਕਰਕੇ ਉਸ ਰਾਤ ਹਮਲੇ ਦੀ ਸਕੀਮ ਮੁਲਤਵੀ ਕਰ ਦਿੱਤੀ ਗਈ ਅਤੇ ਥੋੜ੍ਹੇ ਦਿਨਾਂ ਬਾਅਦ ਹੋਰ ਤਿਆਰੀ ਕਰਕੇ ਹੱਲਾ ਬੋਲਣ ਦਾ ਫੈਸਲਾ ਕੀਤਾ ਗਿਆ। ਉਧਰ ਦੁਆਬੇ ਦੇ ਗਦਰੀਆਂ ਨੇ 5 ਜੂਨ ਨੂੰ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦੀ ਯੋਜਨਾ ਬਣਾਈ ਸੀ। ਇਸ ਮੰਤਵ ਲਈ ਬੰਦੇ ਇਕੱਠੇ ਵੀ ਹੋ ਗਏ ਸਨ, ਪਰ ਤਿਆਰੀ ਘੱਟ ਹੋਣ ਕਰਕੇ 5 ਦੀ ਥਾਂ 12 ਜੂਨ ਨੂੰ ਕਾਰਵਾਈ ਕਰਨ ਦਾ ਨਿਰਣਾ ਕੀਤਾ ਗਿਆ। ਇਸੇ ਦੌਰਾਨ ਭਾਈ ਪ੍ਰੇਮ ਸਿੰਘ ਸੁਰਸਿੰਘੀਏ ਨੇ ਸੁਝਾਅ ਦਿੱਤਾ ਕਿ 12 ਜੂਨ ਤੋਂ ਪਹਿਲਾਂ ਅੰਮ੍ਰਿਤਸਰ ਵੱਲਾ ਪਿੰਡ ਦੇ ਨੇੜੇ ਸ਼ਹਿਰ ਦੇ ਪੁਲ ਉੱਤੇ ਤੈਨਾਤ ਗਾਰਦ ਪਾਸੋਂ ਅਸਲਾ ਲੁੱਟ ਲਿਆ ਜਾਵੇ। ਗਦਰੀਆਂ ਦਾ ਇੱਕ ਜਥਾ 11 ਜੂਨ ਨੂੰ ਵੱਲਾ ਪੁਲ ਨੇੜੇ ਸ਼ਹਿ ਲੈ ਕੇ ਬੈਠ ਗਿਆ ਅਤੇ ਸਵੇਰੇ 4 ਵਜੇ ਦੇ ਕਰੀਬ ਹਮਲਾ ਕਰਕੇ ਪਹਿਰੇ ਤੇ ਖੜੇ ਸੰਤਰੀ ਨੂੰ ਗੋਲੀ ਮਾਰ ਕੇ ਪਾਰ ਬੁਲਾ ਦਿੱਤਾ ਅਤੇ ਇੱਕ ਹਵਾਲਦਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਫੌਜੀਆਂ ਦੀਆਂ ਰਾਈਫਲਾਂ ਦੇ ਨਾਲ ਹੀ ਵਰਦੀਆਂ ਵੀ ਲਾ ਲਈਆਂ। ਰੌਲਾ ਪੈ ਜਾਣ ਤੇ ਪੁਲਿਸ ਵੀ ਸਰਗਰਮ ਹੋ ਗਈ। ਪੁਲਿਸ ਨੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਗਦਰੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗਦਰੀ 2 ਟੋਲੀਆਂ ਵਿੱਚ ਵੰਡੇ ਗਏ ਸਨ। ਇੱਕ ਟੋਲੀ ਜੰਡਿਆਲੇ, ਬਿਆਸ ਅਤੇ ਕਰਤਾਰਪੁਰ ਥਾਣੀ ਕਪੂਰਥਲੇ ਵੱਲ ਚਲੀ ਗਈ। ਦੂਜੀ ਟੋਲੀ, ਜਿਸ ਵਿੱਚ ਲਗਭਗ 6 ਗਦਰੀ ਸਨ, ਨਹਿਰੇ ਨਹਿਰ ਤੁਰਦੀ ਤਰਨ ਤਾਰਨ ਵੱਲ ਨਿਕਲ ਗਈ। ਪਹਿਲੀ ਟੋਲੀ ਦਾ ਤਾਂ ਪੁਲਿਸ ਨੂੰ ਪਤਾ ਨਾ ਲੱਗਿਆ, ਪਰ ਇਸ ਟੋਲੀ ਦਾ ਪਤਾ ਲੱਗ ਗਿਆ। ਪੁਲਿਸ ਨੇ ਪਿੰਡਾਂ ਵਿੱਚੋਂ ਆਪਣੇ ਝੋਲੀ ਚੁੱਕਾਂ ਨੂੰ ਇਕੱਠੇ ਕਰ ਲਿਆ।
ਉਹਨਾਂ ਨੇ ਇਹਨਾਂ ਗਦਰੀਆਂ ਦਾ ਪਿੱਛਾ ਕਰਦਿਆਂ ਉਹਨਾਂ ਉੱਤੇ ਹਮਲਾ ਕਰ ਦਿੱਤਾ। ਅੱਗੋਂ ਗਦਰੀਆਂ ਕੋਲ ਵੀ ਫੌਜੀਆਂ ਕੋਲੋਂ ਖੋਹੀਆਂ ਰਾਈਫਲਾਂ ਸਨ, ਇਸ ਕਰਕੇ ਉਹਨਾਂ ਨੇ ਵੀ ਮੂਹਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਦਰੀ ਤਰਨ ਤਾਰਨ ਲੰਘ ਕੇ ਭਿੱਖੀਵਿੰਡ ਵੱਲ ਨਿਕਲ ਤੁਰੇ, ਪਰ ਪੁਲਿਸ ਤੇ ਬਾਹਰ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਪਲਾਸੌਰ ਪਿੰਡ ਤੱਕ ਦੋਵਾਂ ਧਿਰਾਂ ਵਿਚਕਾਰ ਗੋਲੀਆਂ ਚੱਲਦੀਆਂ ਰਹੀਆਂ। ਇੱਥੋਂ ਗਦਰੀਆਂ ਨੇ ਆਪਣੀ ਦਿਸ਼ਾ ਬਦਲ ਲਈ ਅਤੇ ਦੁਆਬੇ ਵੱਲ ਨਿਕਲਣ ਦੀ ਵਿਉਂਤ ਬਣਾਈ। ਉਹ ਪਲਾਸੌਰ ਤੋਂ ਲੜਦੇ ਲੜਦੇ ਬਿਆਸ ਦਰਿਆ ਦੇ ਗੋਇੰਦਵਾਲ ਦੇ ਪੱਤਣ ਉੱਤੇ ਜਾ ਪੜੇ। ਗਦਰੀ ਸੂਰਮੇ ਮਲਾਹ ਦੀ ਬੇੜੀ ਉੱਤੇ ਚੜ੍ਹ ਕੇ ਦਰਿਆ ਵਿੱਚ ਠਿੱਲ ਪਏ। ਪੁਲਿਸ ਨੇ ਕੰਢੇ ਉੱਤੇ ਖਲੋ ਕੇ ਬੇੜੀਆਂ ਉੱਤੇ ਗੋਲੀਆਂ ਦੀ ਵਾਛੜ ਕਰ ਦਿੱਤੀ, ਜਿਸ ਨਾਲ ਵਿਚਾਰਾ ਮਲਾਹ ਮਾਰਿਆ ਗਿਆ। 12 ਜੂਨ ਦੀ ਸ਼ਾਮ ਹੋ ਗਈ ਅਤੇ ਗਦਰੀਆਂ ਨੂੰ ਲੜਦਿਆਂ ਅਤੇ ਤੁਰਦਿਆਂ ਤਕਰੀਬਨ 24 ਘੰਟੇ ਹੋ ਗਏ ਸਨ। ਉਹ ਪੁਲਿਸ ਦੀਆਂ ਗੋਲੀਆਂ ਤੋਂ ਬਚਦੇ ਬਚਾਉਂਦੇ ਦਰਿਆ ਪਾਰ ਕਰ ਗਏ ਅਤੇ ਗੋਇੰਦਵਾਲ ਤੋਂ ਕਪੂਰਥਲੇ ਵੱਲ ਨਿਕਲ ਗਏ। ਪੁਲਿਸ ਨੇ ਉਸੇ ਵੇਲੇ ਕਪੂਰਥਲੇ ਦੀ ਪੁਲਿਸ ਨੂੰ ਤਾਰਾਂ ਦੇ ਦਿੱਤੀਆਂ। ਇਸੇ ਦੌਰਾਨ ਇਨਕਲਾਬੀ ਸੂਰਮੇ ਰਾਤ ਨੂੰ ਬੇਲੇ ਦੇ ਸਰਕੰਡਿਆਂ ਵਿੱਚ ਵੜ ਗਏ। ਥੋੜ੍ਹਾ ਸਾਹ ਲੈਣ ਤੋਂ ਬਾਅਦ ਉਹਨਾਂ ਆਪਣੀਆਂ ਰਾਈਫਲਾਂ ਤੇ ਗੋਲੀਆਂ ਗੱਠਾਂ ਝੱਲ ਵਿੱਚ ਦੱਬ ਦਿੱਤਾ ਅਤੇ ਆਪ ਦਿਨ ਚੜ੍ਹਦਿਆਂ ਹੀ ਲਾਗਲੇ ਪਿੰਡਾਂ ਵਿੱਚ ਕੁਝ ਖਾਣ ਪੀਣ ਦਾ ਇੰਤਜ਼ਾਮ ਕਰਨ ਲਈ ਨਿਕਲ ਗਏ। ਪਰ ਪੁਲਿਸ ਨੇ ਲਾਗਲੇ ਪਿੰਡਾਂ ਵਿੱਚ ਵੀ ਆਪਣੇ ਝੋਲੀ ਚੁੱਕਾਂ ਨੂੰ ਚੁਕੰਨੇ ਕੀਤਾ ਹੋਇਆ ਸੀ, ਜਿਸ ਕਰਕੇ ਇਹਨਾਂ ਗਦਰੀ ਯੋਧਿਆਂ 'ਚੋਂ 4 ਜਣੇ ਭਾਈ ਚੰਨਣ ਸਿੰਘ, ਭਾਈ ਕਾਲਾ ਸਿੰਘ, ਭਾਈ ਹਰਨਾਮ ਸਿੰਘ ਅਤੇ ਭਾਈ ਆਤਮ ਸਿੰਘ ਖਾਲੀ ਹੱਥ ਹੋਣ ਕਰਕੇ ਝੱਲ ਦੇ ਕੰਢੇ ਇੱਕ ਪਿੰਡ ਵਿੱਚੋਂ ਫੜੇ ਗਏ ਸਨ। ਭਾਈ ਜਵੰਦ ਸਿੰਘ ਅਤੇ ਭਾਈ ਬੰਤਾ ਸਿੰਘ ਉੱਥੋਂ ਤਾਂ ਨਿਕਲ ਗਏ, ਪਰ ਭਾਈ ਬੰਤਾ ਸਿੰਘ 10-11 ਦਿਨਾਂ ਬਾਅਦ 25 ਜੂਨ ਨੂੰ ਹੁਸ਼ਿਆਰਪੁਰ ਦੇ ਜੋੜੇ ਨਾਂ ਦੇ ਪਿੰਡ ਵਿੱਚੋਂ ਫੜੇ ਗਏ। ਇਹਨਾਂ 5 ਸੂਰਬੀਰਾਂ ਨੂੰ ਲਾਹੌਰ ਦੇ ਸਪੈਸ਼ਲ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਅਤੇ ਭਾਈ ਬੰਤਾ ਸਿੰਘ ਨੂੰ ਛੱਡ ਕੇ ਬਾਕੀ 4 ਸਿੰਘਾਂ ਨੂੰ 21 ਜੁਲਾਈ ਨੂੰ ਲਾਹੌਰ ਜੇਲ੍ਹ ਅੰਦਰ ਫਾਂਸੀਆਂ ਉੱਤੇ ਲਟਕਾ ਦਿੱਤਾ ਗਿਆ। ਭਾਈ ਬੰਤਾ ਸਿੰਘ ਨੂੰ ਬਾਅਦ ਵਿੱਚ 12 ਅਗਸਤ ਨੂੰ ਫਾਂਸੀ ਦਿੱਤੀ ਗਈ। ਵੱਲਾ ਪੁਲ ਦਾ ਇਹ ਸ਼ਹੀਦੀ ਸਾਕਾ ਗਦਰੀ ਇਨਕਲਾਬੀਆਂ ਦੇ ਹੌਸਲੇ, ਸਿਦਕ ਅਤੇ ਸੂਰਮਗਤੀ ਦੀ ਟਕਸਾਲੀ ਉਦਾਹਰਣ ਹੈ। ਉਧਰ ਕਪੂਰਥਲੇ ਦੇ ਹਾਕਮਾਂ ਨੂੰ ਗਦਰੀਆਂ ਦੇ 5 ਜੂਨ ਨੂੰ ਅਸਲਾਖਾਨਾ ਲੁੱਟਣ ਲਈ ਹੋਏ ਇਕੱਠ ਦੀ ਸੂਹ ਮਿਲ ਗਈ ਸੀ। ਹਾਕਮਾਂ ਨੇ ਗਦਰੀਆਂ ਦੀਆਂ ਪੈੜਾਂ ਦੇ ਨਿਸ਼ਾਨਾਂ ਤੋਂ ਉਹਨਾਂ ਦੇ ਟਿਕਾਣਿਆਂ ਦਾ ਪਤਾ ਲਾਉਣ ਲਈ ਖੋਜੀ ਲਾ ਦਿੱਤੇ। ਖੋਜੀਆਂ ਨੇ 7 ਬੰਦਿਆਂ ਦਾ ਖੁਰਾ ਕਰਤਾਰਪੁਰ ਵੱਲ ਨੂੰ ਤੋਰ ਲਿਆ, ਪਰ ਅੱਗੇ ਜਾ ਕੇ ਖੁਰਾ ਰੁਲ ਗਿਆ, ਜਿਸ ਕਰਕੇ ਉਹਨਾਂ ਗਦਰੀਆਂ ਦਾ ਬਚਾਅ ਹੋ ਗਿਆ। 3 ਬੰਦਿਆਂ ਦੀਆਂ ਪੈੜਾਂ ਜਲੰਧਰ ਛਾਉਣੀ ਵੱਲ ਜਾਂਦੀਆਂ ਮਿਲੀਆਂ, ਪਰ ਥੋੜ੍ਹੀ ਹੀ ਦੂਰ ਜਾ ਕੇ ਉਹ ਪੈੜਾਂ ਵੀ ਰੁਲ ਗਈਆਂ। 4 ਬੰਦਿਆਂ ਦੀਆਂ ਪੈੜਾਂ ਕਾਲੇ ਸਿੰਘਿਆਂ ਪਿੰਡ ਵੱਲ ਨੂੰ ਜਾਂਦੀਆਂ ਮਿਲ ਗਈਆਂ ਸਨ। ਪੁਲਿਸ ਇਹਨਾਂ ਪੈੜਾਂ ਦਾ ਪਿੱਛਾ ਕਰਦੀ ਕਾਲੇ ਸਿੰਘਿਆਂ ਤੋਂ ਲੰਘ ਕੇ ਚਿੱਟੀ ਪਿੰਡ ਦੇ ਗੁਰਦੁਆਰੇ ਜਾ ਅੱਪੜੀ। ਉੱਥੇ 4 ਗਦਰੀ, ਭਾਈ ਬੂਟਾ ਸਿੰਘ ਅਕਾਲਗੜ੍ਹੀਆ, ਭਾਈ ਵੀਰ ਸਿੰਘ ਬਾਹੋਵਾਲ, ਭਾਈ ਅਰਜਨ ਸਿੰਘ ਜਗਰਾਓਂ ਅਤੇ ਭਾਈ ਕਪੂਰ ਸਿੰਘ ਕੌਂਕੇ ਗੁਰਦੁਆਰੇ ਅੰਦਰ ਆਰਾਮ ਕਰਦੇ ਫੜ ਲਏ ਗਏ। ਗਦਰੀਆਂ ਨੇ ਗਾਰਦਾਂ ਕੋਲੋਂ ਅਸਲਾ ਖੋਹ ਕੇ ਜਾਂ ਅਸਲੇਖਾਨੇ ਲੁੱਟ ਕੇ ਵੱਡੀ ਤਿਆਰੀ ਨਾਲ ਲਾਹੌਰ ਦੀ ਜੇਲ੍ਹ ਉੱਤੇ ਹਮਲਾ ਕਰਕੇ ਆਪਣੇ ਸਾਥੀ ਆਜ਼ਾਦ ਕਰਾਉਣ ਬਾਰੇ ਸੋਚਿਆ ਸੀ, ਪਰ ਉਪਰੋਕਤ ਗ੍ਰਿਫਤਾਰੀਆਂ ਕਰਕੇ ਗਦਰੀਆਂ ਦੀ ਇਹ ਸਕੀਮ ਨੇਪਰੇ ਨਾ ਚੜ੍ਹ ਸਕੀ। ਹੌਲੀ ਹੌਲੀ ਦੂਸਰੇ ਗਦਰੀ ਵੀ ਪੁਲਿਸ ਦੀ ਗਿਰਫ ਵਿੱਚ ਆਉਂਦੇ ਗਏ। ਸੁੱਚਾ ਸਿੰਘ 19 ਫਰਵਰੀ ਨੂੰ ਬਗਾਵਤ ਕਰਾਉਣ ਲਈ ਮੇਰਠ ਗਿਆ ਸੀ, ਪਰ ਜਦ ਉਸ ਨੂੰ ਪਤਾ ਲੱਗਾ ਕਿ ਲਾਹੌਰ ਅਤੇ ਫਿਰੋਜ਼ਪੁਰ ਅੰਦਰ ਬਗਾਵਤ ਕਰਨ ਦੇ ਯਤਨ ਅਸਫਲ ਹੋ ਗਏ ਸਨ, ਤਾਂ ਉਹ 21 ਫਰਵਰੀ ਨੂੰ ਉਸੇ ਵੇਲੇ ਲੁਧਿਆਣੇ ਪਹੁੰਚ ਗਿਆ ਅਤੇ ਆਉਂਦਿਆਂ ਹੀ ਹੌਸਟਲ ਜਾ ਕੇ ਉਸਨੇ ਆਪਣੇ ਕਮਰੇ ਦੀ ਸਫਾਈ ਕਰਕੇ ਸਾਰੇ ਸਬੂਤ ਟਿਕਾਣੇ ਲਾ ਦਿੱਤੇ। ਉਹ 23 ਫਰਵਰੀ ਨੂੰ ਫੜਿਆ ਗਿਆ। ਉੱਧਰ ਵਿਸ਼ਨੂੰ ਗਣੇਸ਼ ਪਿੰਗਲੇ ਨੇ 19 ਦੀ ਅਸਫਲਤਾ ਤੋਂ ਬਾਅਦ ਮੇਰਠ ਜਾ ਕੇ ਮੁੜ ਪੂਰੇ ਜੋਸ਼ ਖਰੋਸ਼ ਨਾਲ ਬਗਾਵਤ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ 12ਵੇਂ ਰਸਾਲੇ ਦੇ ਜਮਾਦਾਰ ਨਾਦਰ ਖਾਂ ਦਾ ਮਨ ਖੋਟਾ ਹੋ ਗਿਆ ਸੀ ਅਤੇ ਉਸ ਨੇ ਪਿੰਗਲੇ ਨੂੰ 23 ਅਤੇ 24 ਮਾਰਚ ਦੀ ਵਿਚਕਾਰਲੀ ਰਾਤ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਭਾਈ ਪਿਆਰਾ ਸਿੰਘ ਲੰਗੇਰੀ ਨੰਗਲ ਕਲਾਂ ਦੇ ਜੈਲਦਾਰ ਚੰਦਾ ਸਿੰਘ ਦੀ ਮੁਖਬਰੀ ਅਤੇ 12 ਅਪ੍ਰੈਲ 1915 ਨੂੰ ਪਿੰਡ ਬਿੰਜੋ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਗ੍ਰਿਫਤਾਰ ਕਰ ਲਏ ਗਏ ਸਨ, ਪਰ ਭਾਈ ਪਿਆਰਾ ਸਿੰਘ ਨੇ ਗ੍ਰਿਫਤਾਰੀ ਤੋਂ ਪਹਿਲਾਂ ਟਕੂਏ ਨਾਲ ਥਾਣੇਦਾਰ ਤਨਵੀਰ ਅਹਿਮਦ ਦਾ ਪੱਟ ਹੱਡੀ ਤੱਕ ਵੱਢ ਦਿੱਤਾ ਸੀ।
ਭਾਈ ਨਿਦਾਨ ਸਿੰਘ ਚੁੱਗਾ ਅਤੇ ਭਾਈ ਰੂੜ ਸਿੰਘ ਚੂਹੜ ਚੱਕ 29 ਅਪ੍ਰੈਲ ਨੂੰ ਲੁਧਿਆਣੇ ਦੇ ਪਿੰਡਾਂ ਕਮਾਲਪੁਰ ਅਤੇ ਚੀਮਣਾ ਵਿਚਕਾਰ ਪੁਲਿਸ ਦੇ ਘੇਰੇ ਵਿੱਚ ਆ ਗਏ ਸਨ। ਸਿਪਾਹੀ ਫੁੰਮਣ ਸਿੰਘ ਅਤੇ ਹੌਲਦਾਰ ਅਬਦੁਲ ਹੱਕ ਨੇ ਦੋਵਾਂ ਗਦਰੀ ਸੂਰਮਿਆਂ ਨੂੰ ਪਿੰਡ ਦੇ ਝੋਲੀ ਚੁੱਕਾਂ ਦੀ ਮਦਦ ਨਾਲ ਘੇਰ ਕੇ ਗ੍ਰਿਫਤਾਰ ਕਰ ਲਿਆ ਸੀ, ਪਰ ਭਾਈ ਨਿਧਾਨ ਸਿੰਘ ਨੇ ਫੁੰਮਣ ਸਿੰਘ ਨਾਲ ਗੁੱਥਮ ਗੁੱਥਾ ਹੁੰਦਿਆਂ ਉਸ ਨੂੰ ਛੁਰਾ ਮਾਰ ਕੇ ਲਹੂ ਲੁਹਾਨ ਕਰ ਦਿੱਤਾ ਸੀ। ਸੱਜਣ ਸਿੰਘ ਨਰੰਗਵਾਲ 19 ਫਰਵਰੀ ਨੂੰ ਲਾਹੌਰ ਵਿੱਚ ਪੁਲਿਸ ਤੋਂ ਵਾਲ-ਵਾਲ ਬਚ ਕੇ ਲਾਇਲਪੁਰ ਜ਼ਿਲ੍ਹੇ ਅੰਦਰ ਆਪਣੇ ਪਰਿਵਾਰਕ ਫਾਰਮ ਉੱਤੇ ਚਲਾ ਗਿਆ ਸੀ। ਉਸ ਦੇ ਪਿੰਡ ਦੇ ਨੰਬਰਦਾਰ ਕਰਮ ਸਿੰਘ, ਜੋ ਸਰਦਾਰ ਬਹਾਦਰ ਗੱਜਣ ਸਿੰਘ ਦੇ ਵਕੀਲ ਦਾ ਛੋਟਾ ਭਰਾ ਸੀ, ਨੇ ਪੁਲਿਸ ਨਾਲ ਮਿਲ ਕੇ ਸੱਜਣ ਸਿੰਘ ਦੇ ਘਰਦਿਆਂ ਨੂੰ ਪਤਿਆ ਕੇ ਉਸ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਇਸ ਦੇ ਇਨਾਮ ਵਿੱਚ ਨੰਬਰਦਾਰ ਕਰਮ ਸਿੰਘ ਨੂੰ ਪੁਲਿਸ ਕਪਤਾਨ ਨੇ ਨੇਕਨਾਮੀ ਦਾ ਪੱਤਰ ਅਤੇ ਲਾਇਸੈਂਸੀ ਰਾਈਫਲ ਦਿੱਤੀ ਸੀ। ਭਾਈ ਸੱਜਣ ਸਿੰਘ ਵੱਲੋਂ ਆਪਣੀ ਸਵੈ ਜੀਵਨੀ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਕਰਮ ਸਿੰਘ ਦੇ 3 ਸਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪ੍ਰੀਤਮ ਸਿੰਘ ਜੈਲਦਾਰ ਸੀ ਅਤੇ ਉਸ ਤੋਂ ਛੋਟਾ ਸਰਦਾਰ ਗੁਰਨਾਮ ਸਿੰਘ ਹਾਈ ਕੋਰਟ ਦਾ ਜੱਜ ਬਣ ਗਿਆ ਸੀ। ਜਸਟਿਸ ਗੁਰਨਾਮ ਸਿੰਘ 1967 ਵਿੱਚ ਅਕਾਲੀ ਦਲ ਦੀ ਤਰਫੋਂ ਪੰਜਾਬ ਦੀ ਸਾਂਝਾ ਮੋਰਚਾ ਸਰਕਾਰ ਦਾ ਮੁੱਖ ਮੰਤਰੀ ਚੁਣਿਆ ਗਿਆ। ਭਾਈ ਗਾਦਾ ਸਿੰਘ 1 ਸਾਲ ਤੋਂ ਵੱਧ ਸਮੇਂ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਸੀ, ਪਰ ਪਿੰਡ ਜਰਗ ਦੇ ਨੱਥਾ ਸਿੰਘ ਨੇ ਗਾਦਾ ਸਿੰਘ ਨੂੰ ਘਰ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ ਸੀ। 8 ਮਾਰਚ ਨੂੰ ਇਹ ਸਿਰਲੱਥ ਸੂਰਮਾ ਮੌਤ ਨੂੰ ਮਖੌਲ ਕਰਦਾ ਹੋਇਆ ਮਿੰਟਗੁਮਰੀ ਜੇਲ੍ਹ ਅੰਦਰ ਫਾਂਸੀ ਚੜ੍ਹ ਗਿਆ ਸੀ। ਝੋਲੀ ਚੁੱਕਾਂ ਨੂੰ ਸੋਧੇ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਤਪੁਰ ਦਾ ਜੈਲਦਾਰ ਅਛਰਾ ਸਿੰਘ, ਜੋ ਸਰਕਾਰ ਦਾ ਬਦਨਾਮ ਝੋਲੀ ਚੁੱਕ ਸੀ ਅਤੇ ਗਦਰੀਆਂ ਖਿਲਾਫ ਬਹੁਤ ਜ਼ਹਿਰ ਉਗਲਦਾ ਰਹਿੰਦਾ ਸੀ, ਨੂੰ 5 ਜੂਨ 1915 ਨੂੰ ਜਗਤਪੁਰ ਦੇ ਹੀ ਭਾਈ ਕਾਲਾ ਸਿੰਘ ਅਤੇ ਪਿੰਡ ਬੂੜਚੰਦ ਦੇ ਭਾਈ ਚੰਨਣ ਸਿੰਘ ਨੇ ਪਾਰ ਬੁਲਾ ਦਿੱਤਾ ਸੀ। ਇਹਨਾਂ ਦੋਵਾਂ ਗਦਰੀਆਂ ਨੂੰ ਬਾਅਦ ਵਿੱਚ ਫਾਂਸੀ ਦੀ ਸਜ਼ਾ ਹੋ ਗਈ ਸੀ। ਭਾਈ ਪ੍ਰੇਮ ਸਿੰਘ ਸੁਰਸਿੰਘੀਆ ਨੇ ਆਪਣੇ 2 ਹੋਰ ਸਾਥੀਆਂ ਨੂੰ ਲੈ ਕੇ 19 ਫਰਵਰੀ ਨੂੰ ਸੈਂਸਰੇ ਪਿੰਡ ਦੇ ਅੰਗਰੇਜ਼ੀ ਹਾਕਮਾਂ ਦੇ ਬਦਨਾਮ ਝੋਲੀ ਚੁੱਕ ਜੈਲਦਾਰ ਈਸ਼ਰ ਸਿੰਘ ਨੂੰ ਗੁਰਦੁਆਰਿਓਂ ਨਹਾ ਕੇ ਬਾਹਰ ਨਿਕਲਦਿਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ, ਪਰ ਬਦਕਿਸਮਤੀ ਨਾਲ ਜੈਲਦਾਰ ਗੋਲੀਆਂ ਦੀ ਮਾਰ ਤੋਂ ਬਚ ਗਿਆ। ਇੱਥੋਂ ਵਿਹਲੇ ਹੋ ਕੇ ਭਾਈ ਪ੍ਰੇਮ ਸਿੰਘ ਨੇ ਕੁਝ ਹੋਰ ਬੰਦੇ ਨਾਲ ਲੈ ਕੇ ਪੱਧਰੀ ਪਿੰਡ ਦੇ ਇੱਕ ਹੋਰ ਬਦਨਾਮ ਝੋਲੀ ਚੁੱਕ ਕਪੂਰ ਸਿੰਘ ਨੂੰ ਸੌਦਾ ਲਾਉਣ ਦੀ ਸਕੀਮ ਬਣਾਈ। ਇਸ ਟੁਕੜਬੋਚ ਨੇ 26 ਨਵੰਬਰ 1914 ਨੂੰ ਝਾੜ ਸਾਹਿਬ ਵਿਖੇ ਗਦਰੀਆਂ ਦੇ ਇਕੱਠ ਹੋਣ ਦੀ ਪੁਲਿਸ ਕੋਲ ਸਭ ਤੋਂ ਪਹਿਲਾਂ ਇਤਲਾਹ ਦਿੱਤੀ ਸੀ ਅਤੇ ਭੂਰੇ ਪਿੰਡ ਦੇ ਭਾਈ ਲਾਲ ਸਿੰਘ ਸਮੇਤ 23ਵੇਂ ਰਸਾਲੇ ਦੇ ਸਵਾਰਾਂ ਨੂੰ ਪੁਲਿਸ ਕੋਲ ਗ੍ਰਿਫਤਾਰ ਕਰਾਇਆ ਸੀ। ਇਹ ਸ਼ਖਸ ਪਹਿਲੇ ਲਾਹੌਰ ਕੇਸ ਵਿੱਚ ਸਰਕਾਰੀ ਪਦ ਦਾ ਅਹਿਮ ਗਵਾਹ ਸੀ। ਗਦਰੀਆਂ ਨੇ ਸ਼ਾਮ ਨੂੰ ਖੂਹ ਤੋਂ ਨਹਾ ਕੇ ਮੁੜਦੇ ਇਸ ਦੁਸ਼ਟ ਨੂੰ ਰਾਹ ਵਿੱਚ ਘੇਰ ਕੇ ਅਗਲੇ ਜਹਾਨ ਪਹੁੰਚਾ ਦਿੱਤਾ, ਪਰ ਇਸ ਕਤਲ ਦੀ ਛਾਣਬੀਣ ਕਰਦੀ ਪੁਲਿਸ ਥੋੜੇ ਹੀ ਦਿਨਾਂ ਤੱਕ ਭਾਈ ਪ੍ਰੇਮ ਸਿੰਘ ਤੱਕ ਅੱਪੜ ਗਈ ਸੀ। ਭਾਈ ਪ੍ਰੇਮ ਸਿੰਘ ਬਾਰੇ ਪੰਜਾਬ CID ਦੇ ਉੱਚ ਅਫਸਰਾਂ ਆਈ ਸਮੋਗਰ ਅਤੇ ਸਲੈਟਰੀ ਨੇ ਇਹ ਟਿੱਪਣੀ ਕੀਤੀ ਹੈ। ਪ੍ਰੇਮ ਸਿੰਘ ਤਲੀ ਤੇ ਸੀਸ ਰੱਖੀ ਫਿਰਦਾ ਸੀ। ਉਹ ਸਰਕਾਰ ਦੇ ਖਿਲਾਫ ਬੇਅੰਤ ਕੀਨਾ ਰੱਖਦਾ ਸੀ। ਭਾਵੇਂ ਉਸ ਦੇ ਲੀਡਰ ਅਤੇ ਨਾਲ ਦੇ ਸਾਥੀ ਫੜੇ ਗਏ, ਪਰ ਘਰੀਂ ਬੈਠ ਗਏ ਸਨ, ਪਰ ਉਹ ਆਪਣੇ ਤੌਰ ਤਰੀਕਿਆਂ ਨਾਲ ਵਿੱਚ ਦ੍ਰਿੜਤਾ ਨਾਲ ਡਟਿਆ ਰਿਹਾ। ਭਾਈ ਪ੍ਰੇਮ ਸਿੰਘ ਦੀ ਲਗਨ, ਸਪਿਰਿਟ, ਨਿਡਰਤਾ, ਸਿਦਕ ਦਿਲੀ ਅਤੇ ਸੂਰਮਗਤੀ ਨੂੰ ਵੇਖ ਕੇ ਇਉਂ ਲੱਗਦਾ ਹੈ ਜਿਵੇਂ ਉਸ ਅੰਦਰ 18ਵੀਂ ਸਦੀ ਦੇ ਸਿੰਘਾਂ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। 25 ਅਪ੍ਰੈਲ 1915 ਨੂੰ ਭਾਈ ਬੰਤਾ ਸਿੰਘ ਸੰਘਵਾਲ ਅਤੇ ਭਾਈ ਬੂਟਾ ਸਿੰਘ ਅਕਾਲਗੜ੍ਹ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਜੈਲਦਾਰ ਚੰਦਾ ਸਿੰਘ, ਜਿਹਨੇ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਗ੍ਰਿਫਤਾਰ ਕਰਾਇਆ ਸੀ, ਨੂੰ ਕਤਲ ਕਰ ਦਿੱਤਾ ਸੀ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 311 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।